ਪੰਕਜ ਬੰਦਨ ਪਦ ਪੰਕਜ ਬੰਦਨ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵੈਰਾਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਧ ਬੰਦੋਂ ਕਰ ਅਨੁਰਾਗ ਏਕੰਕਾਰ ਸਤਿਗੁਰੂ ਤਹਿ ਪ੍ਰਸਾਦ ਵਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵੇਘਾਨਾ ਵਿਨਾਸਨ ਸੋਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਰੂਪ ਨਾ ਰੇਖ ਨਾ ਰੰਗ ਨਾ ਰਾਗ ਨਾ ਰੋਗ ਨਾ ਸੋਗ ਅਕਾਲ ਸਦਾਏ। ਪੂਰਨ ਸ਼੍ਰੀ ਪਰਮੇਸ਼ਰ ਜੋ ਪੁਰਸ਼ੋਤਮ ਪਾਰ ਨਹੀਂ ਕਹਿ ਪਾਏ। ਪਾਤ ਨਾ ਜਾਤ ਨਾ ਮਾਤ ਨਾ ਤਾਤ ਨਾ ਭਰਾਤ ਨਾ ਵੇਦ ਅਨੰਤ ਅਲਾਏ। ਸੋ ਕਰਤਾਰ ਧਰਾ ਅਵਤਾਰ ਧਰਾ ਪਹਿ ਨਾਨਕ ਰੂਪ ਸੁਹਾਏ। ਰੂਪ ਨਾ ਰੇਖ ਨਾ ਰੰਗ ਨਾ ਰਾਗ ਨਾ ਰੋਗ ਨਾ ਸੋਗ ਅਕਾਲ ਸਦਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਜਾਨ ਰਾਜ ਪਹਾਨਾਨ ਪਹਾਨ ਦੇਵਾਨ ਦੇਵ ਉਪਮਾ ਮਹਾਨ। ਧੰਨ ਧੰਨ ਜੁਗਾ ਹੋ ਜੁਗ ਅਟਲ ਚਬਰ ਛਤਰ ਤਖਤ ਤੇ ਮਾਲਿਕ ਹਲਤ ਪਲਤ ਕੇ ਰਖਿਅਕ ਵਾਲੀਏ ਦੋ ਜਹਾਨ ਕੁਲ ਆਲਮ ਦੇ ਰਹਿਬਰ ਸ਼ਬਦਾ ਅਵਤਾਰ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਾਹਿਬਾਂ ਦੇ ਪਾਵਨ ਅਸਥਾਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਤਖਤ ਸਾਹਿਬ ਜੀ ਦੀ ਨਿਤ ਮਰਿਆਦਾ ਨਿਤਨੇਮ ਅਨੁਸਾਰ ਸ਼ਾਮਾਂ ਦੇ ਦੀਵਾਨ ਸਜ ਰਹੇ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਸਰਵਣ ਕਰਨ ਦੇ ਲਈ ਆਪ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ। ਵਡ ਭਾਗੇ ਹੋ ਆਪ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਸਤ ਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਪਿਛਲੇ ਦੀਵਾਨਾਂ ਦੇ ਵਿੱਚ ਆਪ ਜੀਆਂ ਨੇ ਗੁਰੂ ਸਾਹਿਬਾਨਾਂ ਦਾ ਪਾਵਨ ਇਤਿਹਾਸ ਸਰਵਣ ਕਰਨਾ ਕੀਤਾ ਸੀ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਬਾਬਾ ਲੈਣਾ ਜੀ ਦੀ ਤਰ੍ਹਾਂ ਤਰ੍ਹਾਂ ਦੇ ਨਾਲ ਜਦੋਂ ਪਰਖ ਕਰਨੀ ਕੀਤੀ। ਇੱਕ ਦਿਨ ਸੁਤੇ ਸਿੱਧ ਬੈਠੇ ਹੋਏ ਸਨ ਬਾਬਾ ਬੁੱਢਾ ਸਾਹਿਬ ਜੀ। ਉਹਨਾਂ ਦੇ ਮਨ ਦੇ ਵਿੱਚ ਇੱਕ ਪ੍ਰਸ਼ਨ ਆਇਆ। ਇਹ ਵਲਵਲਾ ਉੱਠਿਆ ਕਿ ਭਾਈ ਮੈਂ ਵੀ ਤਾਂ ਗੁਰੂ ਘਰ ਦੇ ਵਿੱਚ ਬਹੁਤ ਜ਼ਿਆਦਾ ਸੇਵਾ ਕਰਦਾ ਹਾਂ, ਲੇਕਿਨ ਸਤਿਗੁਰੂ ਮਹਾਰਾਜ ਜੀ ਦਾ ਰੁਝਾਨ ਬਾਬਾ ਲੈਣਾ ਜੀ ਦੇ ਵੱਲ ਥੋੜਾ ਜ਼ਿਆਦਾ ਹੈ। ਇਹ ਭਾਵਨਾ ਜਦੋਂ ਮਨ ਵਿੱਚ ਆਈ ਲੇਕਿਨ ਬਚਨ ਨਹੀਂ ਕੀਤਾ, ਪੁੱਛਿਆ ਨਹੀਂ।
ਸਤਿਗੁਰੂ ਮਹਾਰਾਜ ਜਾਣੀ ਜਾਣ ਸਤਿਗੁਰੂ ਮਹਾਰਾਜ ਜਾਣ ਗਏ ਕਿ ਬਾਬਾ ਬੁੱਢਾ ਸਾਹਿਬ ਜੀ ਦੇ ਮਨ ਦੇ ਵਿੱਚ ਇਹ ਪ੍ਰਸ਼ਨ ਜਿਹੜਾ ਹੈ ਇਹ ਉਤਪੰਨ ਹੋਇਆ। ਉਹਦੀ ਨਿਵੜਤੇ ਕਰਾਉਣ ਵਾਸਤੇ, ਉਹਨਾਂ ਦੀ ਨਿਸ਼ਾ ਕਰਾਉਣ ਵਾਸਤੇ ਸਰੋ ਕਿੰਨਾ ਕੋ ਸਮਾਂ ਹੋ ਗਿਆ ਹੈ। ਸਾਨੂੰ ਤਾਂ ਲੱਗਦਾ ਅੰਮ੍ਰਿਤ ਵੇਲੇ ਦਾ ਸਮਾਂ ਆਣ ਪਹੁੰਚਿਆ। ਬਾਬਾ ਬੁੱਢਾ ਸਾਹਿਬ ਜੀ ਬਾਰ-ਬਾਰ ਗਏ, ਤਾਰਿਆਂ ਨੂੰ ਵੇਖ ਕਰਕੇ ਗਿਣਤੀ ਮਿਣਤੀ ਕਰਕੇ ਉਹਨਾਂ ਨੇ ਦੱਸ ਦਿੱਤਾ, ਨਹੀਂ ਮਹਾਰਾਜ ਇਹ ਆਪ ਜੀ ਦਾ ਭੁਲੇਖਾ ਹੈ, ਹਾਲੇ ਅੰਮ੍ਰਿਤ ਵੇਲਾ ਨਹੀਂ ਹੋਇਆ, ਹਾਲੇ ਤਾਂ ਅੱਧੀ ਰਾਤ ਦਾ ਸਮਾਂ। ਮਹਾਰਾਜ ਜੀ ਨੇ ਕਿਹਾ, ਨਹੀਂ ਬੁੱਢਿਆ ਤੈਨੂੰ ਪਤਾ ਨਹੀਂ ਹੈ, ਤੂੰ ਗਲਤ ਬੋਲ ਰਿਹਾ, ਤੇਰੇ ਵਿੱਚ ਕੋਈ ਪਤਾ ਨਹੀਂ, ਤੈਨੂੰ ਫਿਰ ਕੋਈ ਭੁਲੇਖਾ ਲੱਗ ਗਿਆ ਹੋਵੇਗਾ, ਫਿਰ ਤੋਂ ਦੁਬਾਰਾ ਵੇਖਣਾ ਕਰ। ਬਾਬਾ ਬੁੱਢਾ ਸਾਹਿਬ ਜੀ ਫਿਰ ਤੋਂ ਗਏ, ਚੰਗੀ ਤਰ੍ਹਾਂ ਘੋਖਣਾ ਕੀਤਾ, ਪੜਤਾਲ ਕਰਕੇ ਆਏ, ਫਿਰ ਦੱਸਦੇ ਨਹੀਂ ਮਹਾਰਾਜ ਅੱਧੀ ਰਾਤ ਦਾ ਸਮਾਂ ਹੋ ਰਿਹਾ, ਅੰਮ੍ਰਿਤ ਵੇਲਾ ਨਹੀਂ। ਫਿਰ ਮਹਾਰਾਜ ਜੀ ਨੇ ਭੇਜਿਆ। ਇਸ ਤਰ੍ਹਾਂ 2-3 ਵਾਰੀ ਜਦੋਂ ਗਏ ਇਹੀ ਵਚਨ ਕੀਤਾ ਕਿ ਨਹੀਂ ਮਹਾਰਾਜ ਅੱਧੀ ਰਾਤ ਦਾ ਸਮਾਂ, ਤੁਸੀਂ ਗਲਤ ਹੋ। ਉਸ ਤੋਂ ਬਾਅਦ ਸਤਿਗੁਰੂ ਮਹਾਰਾਜ ਜੀ ਨੇ ਬਾਬਾ ਲਹਿਣਾ ਸਾਹਿਬ ਜੀ ਦੀ ਜੋ ਭਾਵਨਾ ਹੈ, ਅਸਲ ਦੇ ਵਿੱਚ ਪਿਆਰਿਓ ਇੱਥੇ ਸਮੇਂ ਨੂੰ ਮਹਾਰਾਜ ਜੀ ਨੇ ਨਹੀਂ ਪਰਖਣਾ ਕੀਤਾ। ਇਹ ਨਹੀਂ ਕਿਹਾ ਕਿ ਸਮਾਂ ਕੀ ਚੱਲ ਰਿਹਾ, ਅਸਲ ਦੇ ਵਿੱਚ ਭਾਵਨਾ ਕਿਨਾਂ ਦੀ, ਕਿਹੋ ਜੀ ਭਾਵਨਾ ਹੈ। ਉਹ ਭਾਵਨਾ ਸ਼ਰਧਾ ਨੂੰ ਪਰਖਣ ਦੇ ਵਾਸਤੇ ਜਦੋਂ ਬਾਬਾ ਲਹਿਣਾ ਸਾਹਿਬ ਜੀ ਨੂੰ ਕਿਹਾ ਤੇ ਬਾਬਾ ਲਹਿਣਾ ਜੀ ਵੀ ਬਾਹਰ ਗਏ ਤੇ ਜਾ ਕਰਕੇ ਵੇਖ ਕਰਕੇ ਆਉਂਦੇ ਹਨ। ਉਹਨਾਂ ਨੇ ਵੀ ਕਿਹਾ ਮਹਾਰਾਜ ਅੱਧੀ ਰਾਤ ਦਾ ਸਮਾਂ। ਫਿਰ ਸਤਿਗੁਰੂ ਮਹਾਰਾਜ ਕਹਿਣ ਲੱਗੇ, ਪੁਰਖਾ ਤੁਹਾਨੂੰ ਵੀ ਭੁਲੇਖਾ ਲੱਗ ਰਿਹਾ। ਫਿਰ ਉਹਨਾਂ ਨੂੰ ਸਮਝ ਗਿਆ, ਸਤਿਗੁਰੂ ਮਹਾਰਾਜ ਜੀ ਦੀ ਰਮਜ ਨੂੰ ਸਮਝ ਗਏ ਕਿ ਸਤਿਗੁਰੂ ਮਹਾਰਾਜ ਸਾਨੂੰ ਸਮਾਂ ਨਹੀਂ ਪੁੱਛਦੇ ਹਨ ਕਿ ਭਾਈ ਕਿੰਨਾ ਸਮਾਂ ਬਤੀਤ ਹੋ ਗਿਆ, ਕਿੰਨਾ ਸਮਾਂ ਰਹਿ ਗਿਆ। ਇਹ ਸਤਿਗੁਰੂ ਮਹਾਰਾਜ ਪੁੱਛ ਰਹੇ, ਇਹ ਬਾਰੀ ਪ੍ਰਸ਼ਨ ਨਹੀਂ ਹੈ, ਇਹ ਤਾਂ ਭਾਵਨਾ ਵਾਲਾ ਪ੍ਰਸ਼ਨ ਹੈ। ਇਹ ਮਹਾਰਾਜ ਜੀ ਨੇ ਰਮਜ ਪਾ ਕਰਕੇ ਪੁੱਛਣਾ ਕੀਤਾ। ਹੁਣ ਭਾਵਨਾ ਦੇ ਸੰਯੁਕਤ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕਰਦੇ, ਸਤਿਗੁਰੂ ਮਹਾਰਾਜ ਮੈਂ ਅਲਪੱਗ ਹਾਂ, ਆਪ ਜੀ ਸਰਬੱਗ ਹੋ। ਜਿੰਨੀ ਆਪ ਜੀ ਦੀ ਰਜਾ ਦੇ ਵਿੱਚ ਸਮਾਂ ਲੰਘ ਗਿਆ ਸੋ ਲੰਘ ਗਿਆ, ਤੇ ਜਿਹੜਾ ਸਮਾਂ ਰਹਿੰਦਾ ਆਪ ਜੀ ਦੇ ਭਾਣੇ ਦੇ ਵਿੱਚ ਉਹ ਵੀ ਸਮਾਂ ਲੰਘ ਜਾਵੇਗਾ। ਜਦੋਂ ਇਹ ਬਚਨ ਕੀਤਾ, ਮਹਾਰਾਜ ਆਪ ਜੀ ਦੀ ਰਜਾ ਵਿੱਚ ਲੰਘ ਗਿਆ, ਆਨੰਦ ਦੇ ਵਿੱਚ ਰਹਿੰਦਾ ਸਮਾਂ ਆਪ ਜੀ ਦੇ ਭਾਣੇ ਦੇ ਵਿੱਚ ਉਹਨੇ ਵੀ ਲੰਘ ਜਾਣਾ ਹੈ। ਸਮਾਂ ਦਾ ਤਾਂ ਕੀ ਹੈ ਮਹਾਰਾਜ, ਸਮਾਂ ਤਾਂ ਬਦਲਦਾ ਜਾਂਦਾ। ਹਰ ਸਮਾਂ ਜਿਹੜਾ ਅੱਜ ਦੇਖੋ ਹੁਣ 4:15 ਦਾ ਸਮਾਂ ਹੋ ਰਿਹਾ, ਅੱਧਾ ਇੱਕ ਘੰਟੇ ਤੇ ਬਾਅਦ ਫਿਰ ਸਮਾਂ ਜਿਹੜਾ ਘੜੀ ਦਾ ਕਾਂਟਾ ਬਦਲ ਜਾਂਦਾ ਹੈ, ਸਮਾਂ ਤਬਦੀਲ ਹੋ ਜਾਂਦਾ। ਸਮਾਂ ਤਾਂ ਜਿਹੜਾ ਹੈ ਇਹ ਤਾਂ ਤਬਦੀਲ ਹੋਣਾ ਹੀ ਇਹਦਾ ਮੂਲ ਧਰਮ ਹੈ। ਲੇਕਿਨ ਸਤਿਗੁਰੂ ਮਹਾਰਾਜ ਜੋ ਆਪ ਜੀ ਦੀ ਰਜਾ ਦੇ ਵਿੱਚ ਬਤੀਤ ਹੋ ਗਿਆ ਉਹ ਲੇਖੇ ਲੱਗ ਗਿਆ। ਆਉਣ ਵਾਲਾ ਸਮਾਂ ਆਪ ਜੀ ਦੇ ਭਾਣੇ ਦੇ ਵਿੱਚ ਬਤੀਤ ਹੋ ਜਾਵੇਗਾ, ਇਹਦੇ ਵਿੱਚ ਹੀ ਜੀਵ ਦਾ ਉਧਾਰ ਹੁੰਦਾ ਹੈ। ਇਹ ਜਦੋਂ ਭਾਵਨਾ ਦੇ ਸੰਯੁਕਤ ਜਦੋਂ ਜਵਾਬ ਦਿੱਤਾ, ਸੁਣ ਕਰਕੇ ਸਤਿਗੁਰੂ ਮਹਾਰਾਜ ਗਦਗਦ ਹੋ ਗਏ। ਬਹੁਤ ਪ੍ਰਸੰਨਤਾ ਸਤਿਗੁਰੂ ਮਹਾਰਾਜ ਜੀ ਨੇ ਪ੍ਰਗਟ ਕਰਨੀ ਕੀਤੀ। ਹੁਣ ਮਨ ਵਿੱਚ ਸਤਿਗੁਰੂ ਮਹਾਰਾਜ ਵਿਚਾਰਾਂ ਕਰਦੇ ਹਨ ਕਿ ਭਾਈ ਹੁਣ ਚੋਲਾ ਬਦਲਣ ਦਾ ਜਿਹੜਾ ਸਮਾਂ ਜਿਹੜਾ ਹੈ ਉਹ ਆਣ ਪਹੁੰਚਿਆ ਹੈ। ਜੋਤ 오ਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ। ਹੁਣ ਜੋਤ ਦੂਜੇ ਜਾਮੇ ਦੇ ਵਿੱਚ, ਦੂਜੇ ਸਰੀਰ ਦੇ ਵਿੱਚ ਟਿਕਾਉਣ ਦਾ ਸਮਾਂ ਆ ਗਿਆ। ਸਤਿਗੁਰੂ ਮਹਾਰਾਜ ਜੀ ਨੇ ਮਨ ਦੇ ਵਿੱਚ ਪੱਕਾ ਕਰਨਾ ਕੀਤਾ, ਸਿੱਖਾ ਪੁੱਤਰਾ ਘੋਖ ਗਏ ਸੰਭ ਉਮਤ ਵੇਖੋ ਜੇ ਕੀਓਨ, ਜਾਂ ਸੁਧੋਸਤਾ ਲੈਣਾ ਟਿਕਿਓਨ। ਬਾਬਾ ਲੈਣਾ ਜੀ ਸਤਿਗੁਰੂ ਮਹਾਰਾਜ ਜੀ ਦੇ ਪਰਖ ਦੇ ਵਿੱਚ ਜਦੋਂ ਖਰੇ ਉਤਰੇ ਹਨ, ਮਹਾਰਾਜ ਜੀ ਨੇ ਹੁਣ ਪੱਕਾ ਕਰ ਲਿਆ ਕਿ ਭਾਈ ਹੁਣ ਆਪਣਾ ਵੀ ਸਮਾਂ ਲਾਗੇ ਆ ਗਿਆ। ਜੋਤੀ ਜੋਤ ਆਪਾਂ ਨੇ ਸਮਾ ਜਾਣਾ ਹੈ ਤੇ ਨਾਲ ਇਹ ਜੋਤ ਜਿਹੜੀ ਹੈ ਇਹ ਦੂਜੇ ਸਰੀਰ ਦੇ ਵਿੱਚ ਆਪਾਂ ਨੇ ਟਿਕਾ ਦੇਣਾ। ਇਹ ਮਨ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਭਾਵਨਾ ਪ੍ਰਗਟ ਕਰਨੀ ਕੀਤੀ ਹੈ। ਇੱਥੋਂ ਤੱਕ ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਗੁਰੂ ਸਾਹਿਬਾਨਾਂ ਦਾ ਇਹ ਪਾਵਨ ਇਤਿਹਾਸ ਸਰਵਣ ਕੀਤਾ ਸੀ। ਆਓ ਪਿਆਰਿਓ, ਅਗਲੀ ਆਉਣ ਵਾਲੀ ਜੋ ਹਿਰਦੇ ਵਿੱਚ ਧਾਰਨ ਕਰਦਿਆਂ ਹੋਇਆ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਅਸਥਾਨ ਤੇ ਨਤਮਸਤਕ ਹੁੰਦਿਆਂ ਦੋਵੇਂ ਹੱਥ ਜੋੜ ਕਰਕੇ ਪ੍ਰੇਮ ਤੇ ਸ਼ਰਧਾ ਵਿੱਚ ਭਿੱਜ ਕਰਕੇ
ਉਚਾਰਨ ਕਰਨਾ ਕਰੋ ਜੀ ਸਤਿਨਾਮ। ਸ਼੍ਰੀ ਵਾਹਿਗੁਰੂ ਜੀ। ਫਿਰ ਇੱਕ ਵਾਰੀ ਉਚਾਰਨ ਕਰੋ ਜੀ ਸਤਿਨਾਮ। ਸ਼੍ਰੀ ਵਾਹਿਗੁਰੂ। ਕਿ ਮੈਂ ਰੋਜ਼ ਆਪਣਾ ਨਿਤਨੇਮ ਕਰਦਾ, ਜਾਪ ਕਰਦਾ। ਬਹੁਤ ਉੱਚੀ ਅਵਸਥਾ ਦੇ ਵਿੱਚ, ਇਹ ਵਿਦੇਹੀ ਅਵਸਥਾ ਦੇ ਵਿੱਚ ਉਹ ਪਹੁੰਚੇ ਹੋਏ ਸਨ। ਉਹਨਾਂ ਨੇ ਕਿਹਾ ਕਿ ਮੈਂ ਚਿੱਤ ਲਾ ਕਰਕੇ ਜਾਪ ਕਰਾਂਗਾ ਤੇ ਮੈਂ ਸਮਾਧੀ ਦੇ ਵਿੱਚ ਚੱਲ ਜਾਵਾਂਗਾ, ਵਿਦੇਹੀ ਅਵਸਥਾ ਦੇ ਵਿੱਚ ਚੱਲ ਜਾਵਾਂਗਾ। ਤੇ ਜਦੋਂ ਮੈਂ ਵਿਦੇਹੀ ਅਵਸਥਾ ਦੇ ਵਿੱਚ ਚੱਲ ਗਿਆ ਤੇ ਫਿਰ ਪਹਿਲੇ ਨਿੱਕਾ ਜਿਹਾ ਚੀਰਾ ਮਾਰ ਕਰਕੇ ਤੁਸੀਂ ਦੇਖੋ, ਜੇ ਮੈਨੂੰ ਕੋਈ ਪੀੜਾ ਨਹੀਂ ਹੁੰਦੀ ਤਾਂ ਫਿਰ ਮੇਰਾ ਆਪਰੇਸ਼ਨ ਕਰਨਾ ਕਰੋ, ਲੇਕਿਨ ਮੈਨੂੰ ਅਨੈਸਥੀਸੀਆ ਜਿਹੜਾ ਨਹੀਂ ਦੇਣਾ ਹੈ। ਇਸ ਤਰ੍ਹਾਂ ਹੀ ਫਿਰ ਉਹਨਾਂ ਨੇ ਫਿਰ ਬਹੁਤ ਵੱਡਾ ਪ੍ਰਯੋਗ ਕੀਤਾ ਪਿਆਰਿਓ। ਇਹ ਬਹੁਤ ਵੱਡਾ ਫਿਰ ਰਿਸਰਚ ਵੀ ਹੋਇਆ ਉਹਨਾਂ ਦੇ ਉੱਤੇ। ਬਹੁਤ ਸਾਰੇ ਡਾਕਟਰ ਆ ਗਏ ਤੇ ਉਹਨਾਂ ਨੇ ਜਦੋਂ ਸਾਰੇ ਬੈਠੇ, ਟੀਮ ਆ ਗਈ, ਉਹਨਾਂ ਨੇ ਫਿਰ ਜਾਪ ਕਰਨਾ ਕੀਤਾ। ਜਾਪ ਕਰਦੇ ਕਰਦੇ ਜਦੋਂ ਸਮਾਧੀ ਦੇ ਵਿੱਚ ਉਹ ਲਿਵਲੀਨ ਹੋ ਗਏ, ਉਨਮਨੀ ਅਵਸਥਾ ਦੇ ਵਿੱਚ, ਵਿਦੇਹੀ ਅਵਸਥਾ ਦੇ ਵਿੱਚ ਚੱਲ ਗਏ। ਫਿਰ ਡਾਕਟਰਾਂ ਨੇ ਕੀ ਕਰਨਾ ਕੀਤਾ, ਪਹਿਲੇ ਪ੍ਰਯੋਗ ਕਰਨ ਵਾਸਤੇ ਨਿੱਕਾ, ਫਿਰ ਉਹਨਾਂ ਦੇ ਧਿਆਨ ਦੇ ਵਿੱਚ ਇੱਕ ਜਾਗਰਤ ਬੰਦੇ ਦਾ ਫਿਰ ਬਹੁਤ ਵੱਡਾ ਆਪਰੇਸ਼ਨ ਕੀਤਾ ਗਿਆ। ਉਹ ਆਪਰੇਸ਼ਨ ਫਿਰ ਕਾਮਯਾਬ ਵੀ ਰਿਹਾ। ਫਿਰ ਜਦੋਂ ਉਹ ਕਹਿੰਦੇ ਹੋਸ਼ ਦੇ ਵਿੱਚ ਆਏ, ਫਿਰ ਉਹਨਾਂ ਨੂੰ ਹਲਕੀ ਜੀ ਦਰਦ ਹੋਈ। ਫਿਰ ਪਤਾ ਚੱਲਿਆ, ਜਿਸ ਤਰ੍ਹਾਂ ਕਈ ਵਾਰੀ ਬੰਦੇ ਨੂੰ ਬੇਹੋਸ਼ ਕਰਕੇ ਆਪਰੇਸ਼ਨ ਕਰਦੇ ਆ, ਫਿਰ ਜਦੋਂ ਹੋਸ਼ ਆਉਂਦਾ ਉਹਨੂੰ ਹਲਕੀ ਜੀ ਤਕਲੀਫ ਹੋਣ ਦੀ ਥੋੜਾ ਪਤਾ ਲੱਗਦਾ, ਹਾਂ ਭਈ ਮੇਰੇ ਨਾਲ ਕੁਝ ਹੋਇਆ। ਉਹਨਾਂ ਨੂੰ ਫਿਰ ਪਤਾ ਲੱਗਿਆ। ਇਹ ਹੁੰਦੀ ਹੈ ਪਿਆਰਿਓ ਵਿਦੇਹੀ ਅਵਸਥਾ। ਇਹ ਵਿਦੇਹੀ ਅਵਸਥਾ ਦੇ ਵਿੱਚ ਜਦੋਂ ਮੈਡੀਕਲ ਸਾਇੰਸ ਵਾਲੇ ਇਹਨੂੰ ਫਿਰ ਬੇਹੋਸ਼ੀ ਦੀ ਦਵਾ ਦੇ ਕਰਕੇ ਬੇਸੁੱਧ ਕਰ ਦਿੰਦੇ ਹਨ। ਇਹ ਅਵਸਥਾ ਦੇ ਵਿੱਚ ਜਦੋਂ ਜੀਵ ਪਹੁੰਚ ਜਾਂਦਾ ਉਹਨੂੰ ਬੋਲਦੇ ਵਿਦੇਹੀ ਅਵਸਥਾ। ਇਹ ਅਵਸਥਾ ਦੇ ਵਿੱਚ ਗੁਰੂ ਅੰਗਦ ਦੇਵ ਜੀ ਮਹਾਰਾਜ ਜਦੋਂ ਚੱਲ ਗਏ, ਸੁਖ ਅਮੋਲ ਪਾਇਓ ਉਰ ਮਾਹੀ। ਅਮੋਲ ਦਾ ਭਾਵ ਕਿ ਜਿਹਦਾ ਆਪਾਂ ਕੋਈ ਮੁੱਲ ਨਹੀਂ ਪ੍ਰਾਪਤ ਕਰ ਸਕਦੇ ਆ। ਸਮਾਧੀ ਦੇ ਵਿੱਚ ਅਮੋਲਕ ਸੁਖ ਦੀ ਪ੍ਰਾਪਤੀ ਹੋਈ ਹੈ। ਨਿਸ਼ਚਲ ਬੈਠਿਓ ਧਿਆਨ ਨਿਮਗਨਾ। ਨਿਸ਼ਚਲ ਹੋ ਕਰਕੇ ਸਰੀਰ ਬਿਲਕੁਲ ਹਿਲਦਾ ਨਹੀਂ, ਡੁੱਲਦਾ ਨਹੀਂ, ਐਨ ਜੜ ਵਾਂਗੂ ਹੋ ਗਿਆ। ਧਿਆਨ ਦੇ ਵਿੱਚ ਨਿਮਗਨ ਹੋ ਕਰਕੇ ਬੈਠੇ ਹੋਏ ਹਨ। ਗੁਰ ਸਰੂਪ ਕੀ ਇੱਕ ਲਿਵ ਲਗਨਾ। ਇੱਕ ਸਤਿਗੁਰੂ ਮਹਾਰਾਜ ਜੀ ਦੇ ਸਰੂਪ ਦੀ ਲਿਵ ਜਿਹੜੀ ਹੈ ਮਨ ਵਿੱਚ ਧਾਰਨ ਕਰਨੀ ਕੀਤੀ। ਸ੍ਰੀ ਗੁਰ ਬੰਧੇ ਪ੍ਰੇਮ ਕੀ ਡੋਰੀ। ਸਤਿਗੁਰੂ ਮਹਾਰਾਜ ਜੀ ਦੇ ਨਾਲ ਪ੍ਰੇਮ ਦੀ ਡੋਰੀ ਦੇ ਨਾਲ ਬੱਝੇ ਹੋਏ ਹਨ। ਨਿਨ ਦੀਨ ਤਬ ਛੋਰੀ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਬਾਬਾ ਲੈਣਾ ਜੀ ਦੀ ਇਹ ਅਵਸਥਾ ਵੇਖੀ। ਸਮਾਧੀ ਦੇ ਵਿੱਚ ਖੜੋਤੇ ਹੋਏ ਸਨ। ਜਦੋਂ ਸਤਿਗੁਰੂ ਮਹਾਰਾਜ ਜੀ ਨੇ ਬਾਬਾ ਲੈਣਾ ਜੀ ਦੇ ਵੱਲ ਝਾਤ ਮਾਰੀ ਤਾਂ ਪ੍ਰੇਮ ਦੀ ਡੋਰੀ ਦੇ ਨਾਲ ਖਿੱਚਦਿਆਂ ਹੋਇਆਂ ਸਤਿਗੁਰੂ ਮਹਾਰਾਜ ਬਾਬਾ ਲੈਣਾ ਜੀ ਕੋਲ ਪਹੁੰਚ ਗਏ। ਤਟ ਪਰ ਆਏ ਦਾਸ ਕੋ ਹੇਰਾ। ਤਟ ਦੇ ਉੱਤੇ ਆ ਕਰਕੇ ਆਪਣੇ ਸੇਵਕ ਨੂੰ ਜਦੋਂ ਵੇਖਣਾ ਕੀਤਾ, ਜਹ ਸੁਧ ਨਹਿ ਤਨ ਕੀ ਤਿਸ ਬੇਰਾ। ਕੀ ਵੇਖਦੇ ਸਤਿਗੁਰੂ ਮਹਾਰਾਜ ਬਾਬਾ ਲੈਣਾ ਜੀ ਨੂੰ ਆਪਣੇ ਤਨ ਦੀ ਬਿਲਕੁਲ ਸੋਝੀ ਨਹੀਂ ਹੈ। ਉਨਮਨੀ ਅਵਸਥਾ ਦੇ ਵਿੱਚ, ਵਿਦੇਹੀ ਅਵਸਥਾ ਦੇ ਵਿੱਚ ਪਹੁੰਚ ਗਏ ਹਨ। ਵਹਿਰ ਰੂਪ ਨਹਿ ਪਿਖੇ ਅਨੂਪਾ। ਬਾਹਰ ਕੋਈ ਰੂਪ, ਕਿਉਂਕਿ ਸਤਿਗੁਰੂ ਮਹਾਰਾਜ ਐਨ ਸਾਖਸ਼ਾਤ ਸਾਹਮਣੇ ਖੜੋਤੇ ਹੋਏ, ਲੇਕਿਨ ਬਾਬਾ ਲੈਣਾ ਜੀ ਦੀਆਂ ਅੱਖਾਂ ਬੰਦ ਹਨ। ਸਤਿਗੁਰੂ ਮਹਾਰਾਜ ਜੀ ਦੇ ਮਨ ਦੇ ਵਿੱਚ ਦਰਸ਼ਨ ਕਰ ਰਹੇ। ਅੰਤਰ ਧਿਆਨ ਰੂਪ ਅਨਰੂਪਾ। ਅੰਤਰ ਧਿਆਨ ਹੋ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਰੂਪ ਦੇ ਵਿੱਚ ਗੁਰੂ ਕੀ ਮੂਰਤ
ਉਹ ਮਨ ਵਿੱਚ ਵਸਾਉਣਾ ਕੀਤਾ। ਤਹਿ ਛਿਨ ਰੂਪ ਧਿਆਨ ਮਹਿ ਜੋ। ਸਤਿਗੁਰੂ ਮਹਾਰਾਜ ਜੀ ਨੇ ਫਿਰ ਕੀ ਕੀਤਾ, ਕੀ ਕੌਤਕ ਕਰਨਾ ਕੀਤਾ। ਜੋ ਮਹਾਰਾਜ ਜੀ ਨੇ ਧਿਆਨ ਦੇ ਵਿੱਚ ਸਰੂਪ ਆਪਣੇ ਹਿਰਦੇ ਵਿੱਚ ਧਾਰਨ ਕੀਤਾ ਸੀ, ਬਾਬਾ ਲੈਣਾ ਜੀ ਨੇ ਲਹਿਣੇ ਤੇ ਛਿਪਾਏ ਲਿਏ ਸੋ। ਇਹ ਪਿਆਰਿਓ, ਇਹ ਕਮਾਲ ਦੀਆਂ ਜੋ ਗੱਲਾਂ ਹਨ, ਇਹ ਰਹੱਸਮਈ ਗੱਲਾਂ, ਇਹ ਪਿਆਰਿਓ ਬਾਰੀ ਤੌਰ ਤੇ ਆਪਾਂ ਨਹੀਂ ਇਹਨੂੰ ਸਮਝ ਸਕਦੇ ਆ। ਬਾਰੀ ਕੋਈ ਇਨਸਾਨ ਜਿਹੜਾ ਜਿਹਨੇ ਇਹ ਅਵਸਥਾ ਨੂੰ ਨਹੀਂ ਮਾਨਣਾ ਕੀਤਾ, ਉਹਨੂੰ ਲੱਗੇਗਾ ਕਿ ਭਾਈ ਇਹ ਕੀ ਗੱਲਾਂ ਚੱਲ ਰਹੀਆਂ। ਨਹੀਂ ਪਿਆਰਿਓ, ਇਸ ਤਰ੍ਹਾਂ ਵੀ, ਕਿਉਂਕਿ ਇਹ ਅਵਸਥਾ ਵਾਲੀ ਗੱਲ ਹੈ। ਸਤਿਗੁਰੂ ਮਹਾਰਾਜ ਜੀ ਨੇ ਮਨ ਦੇ ਵਿੱਚ ਮਹਾਰਾਜ ਜੀ ਦਾ ਧਿਆਨ ਟਿਕਾਉਣਾ ਕੀਤਾ। ਹੁਣ ਸਤਿਗੁਰੂ ਮਹਾਰਾਜ ਗੁਰੂ ਨਾਨਕ ਦੇਵ ਜੀ ਮਹਾਰਾਜ ਧਿਆਨ ਦੇ ਰੂਪ ਦੇ ਵਿੱਚ ਹੋ ਕਰਕੇ ਬਾਬਾ ਲੈਣਾ ਜੀ ਦੇ ਮਨ ਵਿੱਚ ਚੱਲ ਗਏ ਤੇ ਜਾ ਕਰਕੇ ਜਿਹੜੀ ਮੂਰਤ ਦਾ ਮਹਾਰਾਜ ਜੀ ਦੇ ਸਰੂਪ ਦਾ ਧਿਆਨ ਕਰ ਰਹੇ ਸਨ, ਉਹ ਧਿਆਨ, ਉਹ ਸਰੂਪ ਉਤੋਂ ਹਟਾ ਦਿੱਤਾ। ਤਬ ਸੰਭ੍ਰਮ ਹੋਇ ਖੁੱਲੇ ਬਿਲੋਚਨ। ਇੱਕਦਮ ਬਾਬਾ ਲੈਣਾ ਜੀ ਸੰਭ੍ਰਮ ਭਾਵ ਕੇ ਭ੍ਰਮ ਦੇ ਜਦੋਂ ਸੰਯੁਕਤ ਹੋ ਗਏ ਕਿ ਇਹ ਕੀ ਕੌਤਕ, ਇਹ ਕੀ ਭਾਣਾ ਵਰਤ ਰਿਹਾ ਹੈ। ਜਿਹੜਾ ਮੈਂ ਸਰੂਪ ਮਨ ਵਿੱਚ ਧਾਰਨ ਕਰਨਾ ਕੀਤਾ, ਉਹ ਸਰੂਪ ਇੱਕਦਮ ਵਿਚਲਿਤ ਹੋ ਗਿਆ, ਇੱਕਦਮ ਮੇਰੇ ਸਮ੍ਰਿਤੀ ਪਟਲ ਦੇ ਵਿੱਚੋਂ ਗਾਇਬ ਹੋ ਗਿਆ। ਸੰਭ੍ਰਮ ਹੋ ਗਏ, ਹੱਕੇ ਬੱਕੇ ਹੋ ਕਰਕੇ। ਦੇਖੇ ਆਗੇ ਸੋਚ ਵਿਮੋਚਨ। ਸੋਚਾਂ ਨੂੰ ਨਾਸ਼ ਕਰਨ ਵਾਲੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਅੱਖਾਂ ਖੋਲ ਕਰਕੇ ਪ੍ਰਤੱਖ ਤੱਕਦੇ ਹਨ। ਕੀ ਤੱਕਦੇ? ਕਿ ਜੈਸ ਮੂਰਤ ਦਾ ਮੈਨੇ ਮਨ ਵਿੱਚ ਧਿਆਨ ਧਾਰਨ ਕਰਨਾ ਕੀਤਾ, ਮਨ ਦੇ ਵਿੱਚੋਂ ਮੂਰਤ ਜਿਹੜੀ ਹੈ ਮਹਾਰਾਜ ਜੀ ਦੇ ਚਰਨਾਂ ਵਿੱਚ ਪ੍ਰਣਾਮ ਕਰਦਾ ਕੀਤਾ। ਲੈ ਨਿਜ ਸੰਗ ਚਲੇ ਸੁਖ ਧਾਮ। ਸਤਿਗੁਰੂ ਸੁਖਾਂ ਦੇ ਧਾਮ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਬਾਬਾ ਲੈਣਾ ਜੀ ਨੂੰ ਫਿਰ ਫੜ ਕਰਕੇ ਆਪਣੇ ਨਾਲ ਲੈ ਕੇ ਗਏ। ਧਰਮਸਾਲ ਮਹਿ ਆਨ ਬਿਰਾਜੇ। ਲੈ ਕਰਕੇ ਧਰਮਸਾਲ ਦੇ ਵਿੱਚ ਸਤਿਗੁਰੂ ਮਹਾਰਾਜ ਵਿਰਾਜਮਾਨ ਹੋਏ ਹਨ। ਜੋ ਸਿੱਖਨ ਕੇ ਸਭ ਸੁਖ ਛਾਜੇ। ਜਿਹੜੇ ਸਾਰੇ ਸਿੱਖਾਂ ਨੂੰ ਸੁਖ ਦੇਣ ਵਾਲੇ ਇਹੋ ਜਿਹੇ ਸਤਿਗੁਰੂ ਗੁਰੂ ਨਾਨਕ ਦੇਵ ਜੀ। ਲਹਿਣੇ ਕਉ ਬਿਠਾਏ ਤਿਹ ਕਾਲਾ। ਸਤਿਗੁਰੂ ਮਹਾਰਾਜ ਜੀ ਨੇ ਫਿਰ ਕੀ ਕੀਤਾ, ਆਪ ਸਿੰਘਾਸਣ ਦੇ ਉੱਤੇ ਬਾਬਾ ਲੈਣਾ ਜੀ ਨੂੰ ਸ਼ਿਸ਼ੋਭਿਤ ਕੀਤਾ, ਬਿਠਾਉਣਾ ਕੀਤਾ। ਸੰਗਤ ਸਰਬ ਬੁਲਾਏ ਬਿਸਾਲਾ। ਤੁਰੰਤ ਸਤਿਗੁਰੂ ਮਹਾਰਾਜ ਜੀ ਨੇ ਹੋਕਾ ਦੇ ਦਿੱਤਾ, ਕਹਿ ਦਿੱਤਾ ਸੇਵਕਾਂ ਨੂੰ, ਸਿੱਖਾਂ ਨੂੰ ਕਿ ਜਾਓ ਭਾਈ, ਢੁੰਡੀ ਜਿਹੜੀ ਹੈ ਪਿਟਵਾ ਦਿਓ, ਸਾਰਿਆਂ ਨੂੰ ਸੱਦ ਲਿਆਓ। ਜਿੰਨੇ ਵੀ ਨਗਰ ਨਿਵਾਸੀ ਗੁਰੂ ਕੇ ਸਿੱਖ, ਉਹਨਾਂ ਨੂੰ ਕਿਉ ਆਵਾਹਨ ਕਰਨਾ ਕਰੋ ਕਿ ਭਾਈ ਸਤਿਗੁਰੂ ਮਹਾਰਾਜ ਧਰਮਸਾਲ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਸਾਰਿਆਂ ਨੂੰ ਸੱਦਦੇ ਕਰਕੇ। ਦੋਨੋਂ ਸੁਤ ਕੋ ਨਿਕਟ ਹਕਾਰ। ਨਾਲ ਆਪਣੇ ਦੋਵੇਂ ਸਪੁੱਤਰ ਬਾਬਾ ਸ਼੍ਰੀ ਚੰਦ ਤੇ ਲਖਮੀ ਦਾਸ ਨੂੰ ਵੀ ਸਦਨਾ ਕੀਤਾ। ਆਏ ਤਬੈ ਧਰਮਸਾਲ ਮਛਾ। ਸਾਰੀ ਸਿੱਖ ਸੰਗਤ, ਨਗਰ ਨਿਵਾਸੀ, ਗੁਰੂ ਪੁੱਤਰ, ਰਿਸ਼ਤੇਦਾਰ ਆਦਿਕ ਸਾਰੇ ਚੱਲ ਕਰਕੇ ਧਰਮਸਾਲ ਦੇ ਵਿੱਚ ਜਦੋਂ ਆ ਗਏ। ਲਹਿਣੇ ਕੋ ਕਰੁਣਾਯੁਤ ਹੇਰਾ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਫਿਰ ਬਾਬਾ ਲੈਣਾ ਜੀ ਦੇ ਵੱਲ ਕਿਰਪਾ ਦ੍ਰਿਸ਼ਟੀ ਦੇ ਨਾਲ ਤੱਕਣਾ ਕੀਤਾ, ਵੇਖਣਾ ਕੀਤਾ। ਲੈ ਪੰਜ ਪੈਸੇ ਇੱਕ ਨਲੀਏਰਾ। ਸਤਿਗੁਰੂ ਮਹਾਰਾਜ ਜੀ ਨੇ ਇਹ ਗੁਰਤਾ ਗੱਦੀ ਦੀ ਆਪਾਂ ਪਰਿਕਰਮਾ ਕਰਦੇ ਆ। ਇਹ ਪਰਿਕਰਮਾ ਦੀ ਭਾਵਨਾ ਹੈ ਕਿ ਅਸੀਂ ਸਤਿਗੁਰੂ ਮਹਾਰਾਜ ਜੀ ਤੋਂ ਨਿਸ਼ਾਵਰ ਹੋ ਰਹੇ ਹਾਂ, ਮਹਾਰਾਜ ਜੀ ਤੋਂ ਬਲ ਹਾਰੀ ਜਾ ਰਹੇ ਹਾਂ, ਆਪਣਾ ਬਲ ਹਾਰ ਰਹੇ ਹਾਂ, ਆਪਣਾ ਸਭ ਕੁਝ ਸਮਰਪਿਤ ਕਰ ਰਹੇ ਹਾਂ। ਬਹੁਤ ਪਿਆਰਿਓ, ਇਹ ਭਾਵਨਾ ਵਾਲੀ ਗੱਲ ਹੈ ਕਿ ਜਦੋਂ ਆਪਾਂ ਭਾਵਨਾ ਦੇ ਸੰਯੋਗਤ ਪਰਿਕਰਮਾ ਕਰਦੇ ਹਾਂ, ਇਹਦੇ ਵਿੱਚ ਹੀ ਪਿਆਰਿਓ ਬਹੁਤ ਵੱਡੀ ਪ੍ਰਾਪਤੀ ਹੋ ਜਾਂਦੀ ਹੈ। ਇਹੀ ਪਰਿਕਰਮਾ ਜਿਹੜਾ ਹੈ, ਬਲਹਾਰੀ ਜਿਹਨੂੰ ਅਸਲ ਦੇ ਵਿੱਚ ਸ਼ਬਦ ਹੈ, ਪਰਿਕਰਮਾ ਤਾਂ ਬਾਅਦ ਵਿੱਚ। ਪਰਿਕਰਮਾ ਦਾ ਤਾਂ ਸਿੱਧਾ ਮਤਲਬ ਹੈ ਕਿ ਪਰਿਕਰਮਾ ਲੈਣਾ, ਕਿਹਦਾ ਚੱਕਰ ਕੱਢਣਾ, ਲੇਕਿਨ ਅਸਲ ਦੇ ਵਿੱਚ ਸ਼ਬਦ ਜਿਹੜਾ ਪਰਿਕਰਮਾ ਨਹੀਂ ਹੈ, ਇਹ ਬਲਹਾਰੀ ਹੈ। ਬਲਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਬਾਰ। ਮਹਾਰਾਜ ਜੀ ਨੂੰ ਦੇਰੀ ਨਹੀਂ ਲੱਗਦੀ ਹੈ ਮਾਨਸ ਤੋਂ ਦੇਵਤੇ ਬਣਾਉਣ ਦੇ ਵਿੱਚ। ਐਸੇ ਗੁਰ ਕੋ ਬਲ ਬਲ ਜਾਈਐ, ਆਪ ਮੁਕਤ ਮੋਹਿ ਤਾਰੇ। ਕਿ ਇਹੋ ਜਿਹੇ ਸਤਿਗੁਰੂ ਮਹਾਰਾਜ ਜੀ ਤੋਂ ਬਲਹਾਰ ਜਾਣਾ ਚਾਹੀਦਾ, ਆਪਣਾ ਬਲ ਜਿਹੜਾ ਹਾਰ ਦੇਣਾ ਚਾਹੀਦਾ, ਉੱਥੇ ਸਮਰਪਣ ਕਰ ਦੇਣਾ ਚਾਹੀਦਾ। ਇਹ ਭਾਵਨਾ ਦੇ ਨਾਲ ਜਦੋਂ ਆਪਾਂ ਪਰਿਕਰਮਾ ਕਰਦੇ ਆ, ਇਹ ਨਹੀਂ ਹੈ ਕਿ ਭਾਈ ਆ ਸਿਰਫ ਫੇਰੀ ਆਪਾਂ ਪਾ ਰਹੇ ਆ, ਘੁੰਮ ਰਹੇ ਆ।
ਨਹੀਂ ਪਿਆਰਿਓ, ਭਾਵਨਾ ਵੀ ਰੱਖਣੀ ਚਾਹੀਦੀ ਹੈ ਕਿ ਸਤਿਗੁਰੂ ਮਹਾਰਾਜ ਜੀ ਤੋਂ ਮੈਂ ਆਪਣਾ ਸਭ ਕੁਝ ਵਾਰੇ ਕਰ ਰਿਹਾ, ਸਮਰਪਿਤ ਕਰ ਰਿਹਾ। ਤੇ ਮਰਿਆਦਾ ਜਿਹੜੀ ਹੈ ਉਂਝ ਪਿਆਰਿਓ ਕਈ ਆ ਕਰਕੇ ਗੁਰੂ ਘਰ ਦੇ ਵਿੱਚ ਕੋਈ ਇੱਕ ਪ੍ਰਕਰਮਾ ਕਰਦਾ, ਕੋਈ ਦੋ, ਕਈ ਪ੍ਰਕਰਮਾ ਕਰਦੇ ਜਾਂਦੇ ਹਨ। ਇਹਦੀ ਪਿਆਰਿਓ ਕੋਈ ਜ਼ਿਆਦਾ ਇਹਦੇ ਨਾਲ ਕਿੰਤੂ ਪਰੰਤੂ ਨਹੀਂ ਕਰਨੀ ਚਾਹੀਦੀ ਹੈ। ਲੇਕਿਨ ਫਿਰ ਵੀ ਇਤਿਹਾਸ ਦੇ ਵਿੱਚ ਜਦੋਂ ਵੀ ਪ੍ਰਕਰਮਾਂ ਦੀਆਂ ਗੱਲ ਆਉਂਦੀ ਹੈ, ਜ਼ਿਆਦਾ ਕਰਕੇ 3 ਪ੍ਰਕਰਮਾਂ ਜਿਹੜੀਆਂ ਹਨ ਉਹਦਾ ਵਚਨ ਆਉਂਦਾ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਤੇ ਭਾਈ ਨੰਦ ਲਾਲ ਜੀ ਨੂੰ ਜਦੋਂ ਸੰਬੋਧਨ ਕਰਨਾ ਕੀਤਾ, ਰਹਿਤਨਾਮਿਆਂ ਦੇ ਵਿੱਚ ਵਚਨ ਕੀਤਾ ਕਿ 3 ਪ੍ਰਦਰਖਨਾ ਕਰੈ ਸੁਜਾਨ। ਤੇ ਅੰਮ੍ਰਿਤ ਵੇਲੇ ਉੱਠ ਕਰਕੇ ਗੁਰੂ ਕਾ ਸਿੱਖ ਸਤਿਗੁਰੂ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਆ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰੀ ਮੱਥਾ ਟੇਕ ਕਰਕੇ 3 ਪ੍ਰਕਰਮਾਂ ਜਿਹੜੀਆਂ ਘੱਟ ਤੋਂ ਘੱਟ ਕਰਨੀਆਂ ਚਾਹੀਦੀਆਂ। ਤੇ ਇਸ ਤਰ੍ਹਾਂ ਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ 3 ਪ੍ਰਦਖਣਾ ਕਰੈ ਸੁਜਾਨ। ਗੁਰਤਾ ਗੱਦੀ ਆ ਜੋ ਰਸਮ ਜਿਹੜੀ ਹੈ ਨਰਿਏਲ 5 ਪੈਸਾ ਆਦਿਕ, ਕਿਉਂਕਿ ਇਹ ਜੋ ਮਰਿਆਦਾ ਪਿਆਰਿਓ ਆਦਿ ਕਾਲ ਤੋਂ ਇਹ ਮਰਿਆਦਾ ਚਲੀ ਆ ਰਹੀ ਹੈ। ਕਈ ਵਾਰੀ ਕਈ ਆਉਂਦੇ ਜਿਨ੍ਹਾਂ ਨੂੰ ਇਹ ਗੱਲ ਦਾ ਪਤਾ ਨਹੀਂ ਹੁੰਦਾ ਤੇ ਉਹ ਪੁੱਛ ਲੈਂਦੇ ਹਨ ਆਖੇ ਨਰਿਏਲ ਚੜਦਾ, ਨਰਿਏਲ ਦੀ ਕੀ ਮਰਿਆਦਾ ਹੈ? ਆਮ ਅਸੀਂ ਵੇਖਦੇ ਹਾਂ ਕਿ ਦੂਜੇ ਧਰਮ ਅਸਥਾਨਾਂ ਤੇ ਭਾਵ ਕਿ ਗੁਰਦੁਆਰਾ ਸਾਹਿਬ ਆਦਿਕ ਉੱਥੇ ਨਰਿਏਲ ਜਿਹੜਾ ਉਹ ਨਹੀਂ ਭੇਟ ਹੁੰਦਾ, ਨਰਿਏਲ ਦੀ ਅਰਦਾਸ ਨਹੀਂ ਹੁੰਦੀ ਹੈ। ਲੇਕਿਨ ਇਹ ਪਾਵਨ ਅਸਥਾਨ ਤੇ ਨਰਿਏਲ ਦੀ ਅਰਦਾਸ ਹੁੰਦੀ ਹੈ। ਇਹਦਾ ਕੀ ਕਾਰਨ ਹੈ? ਇੱਥੇ ਵੀ ਪਿਆਰਿਓ ਬਹੁਤ ਕਈ ਕਾਰਨ ਹਨ। ਪੁੱਤਰ ਦੀ ਦਾਤ ਵਾਸਤੇ ਵੀ ਨਰਿਏਲ ਤੇ ਪਤਾਸੇ ਜਿਹੜੇ ਹਨ ਇਹਦੀ ਆਪਾਂ ਅਰਦਾਸ ਕਰਦੇ ਹਾਂ, ਝੋਲੀ ਵਿੱਚ ਪਵਾਇਆ ਜਾਂਦਾ। ਨਾਲ ਜਿਹੜਾ ਪਹਿਲੀ ਵਾਰੀ ਆਵੇ ਤਖਤ ਸਾਹਿਬ ਦੇ ਵਿੱਚ ਹਾਜ਼ਰੀ ਦੀ, ਤੇ ਹਾਜ਼ਰੀ ਦੀ ਵੀ ਅਰਦਾਸ ਕਈ ਨਰਿਏਲ ਪਤਾਸੇ ਦੇ ਨਾਲ ਕਰਦੇ, ਕਈ ਸੁਖ ਸ਼ਾਂਤੀ ਵਾਸਤੇ ਵੀ ਕਰਦੇ ਹਨ। ਲੇਕਿਨ ਅੱਜ ਕੱਲ ਦੇ ਜਿਹੜੇ ਮਿਸ਼ਨਰੀ ਯੁੱਗ ਵਾਲੇ ਭਾਵ ਕੇ ਕਈ ਤਰਕਵਾਦੀ ਪਿਆਰਿਓ ਇਹਨਾਂ ਚੀਜ਼ਾਂ ਨੂੰ ਲੈ ਕਰਕੇ ਬਹੁਤ ਜ਼ਿਆਦਾ ਤਰਕ ਕਰ ਜਾਂਦੇ ਹਨ। ਉਹਨਾਂ ਨੂੰ ਇਤਿਹਾਸ ਦਾ ਕੋਈ ਪਤਾ ਨਹੀਂ ਹੁੰਦਾ। ਐਵੇਂ ਫਿਰ ਤਰਕ ਦੇ ਵਿੱਚ ਫਸ ਕਰਕੇ ਕਹਿ ਦਿੰਦੇ ਕਿ ਇਹ ਹਿੰਦੂ ਮਤ ਹੈ। ਨਰਿਏਲ ਰੱਖ ਦਿੱਤਾ, ਕਹਿ ਦਿੰਦੇ ਜੀ ਹਿੰਦੂ ਮਤ ਹੈ। ਕਲਸ਼ ਆਪਾਂ ਰੱਖਦੇ ਆ, ਜਦੋਂ ਆਖਣ ਪਾਠ ਸਾਹਿਬ ਉੱਥੇ ਅੰਮ੍ਰਿਤ ਦਾ ਕੁੰਭ ਰੱਖਦੇ ਆ, ਫਿਰ ਕਹਿ ਦਿੰਦੇ ਜੀ ਹਿੰਦੂ ਮਤ ਹੈ। ਕੋਈ ਦੀਵਾ ਬਾਲ ਦਵੇ ਤਾਂ ਵੀ ਕਹਿੰਦੇ ਜੀ ਹਿੰਦੂ ਮਤ ਹੈ। ਕੋਈ ਅਗਰਬੱਤੀ ਬਾਲ ਦਵੇ ਤਾਂ ਵੀ ਕਹਿ ਦਿੰਦੇ ਜੀ ਹਿੰਦੂ ਮਤ ਹੈ। ਧੂਪ ਧੁਖਾ ਦਵੇ ਸਿੱਧਾ ਕਹਿ ਦਿੰਦੇ ਕਿ ਭਾਈ ਇਹ ਹਿੰਦੂ ਮਤ ਹੈ। ਲੇਕਿਨ ਇਹ ਨਹੀਂ ਕਹਿੰਦੇ ਕਿ ਭਾਈ ਕੋਈ ਆ ਕਰਕੇ ਸੈਂਟ ਦਾ ਛਿੜਕਾ ਕਰ ਦਵੇ ਤੇ ਇਹ ਈਸਾਈ ਮਤ ਹੈ। ਜੇ ਅਗਰਬੱਤੀ ਪਿਆਰਿਓ ਹਿੰਦੂ ਮਤ ਹੈ ਤਾਂ ਫਿਰ ਸੈਂਟ ਜਿਹੜਾ ਹੈ ਆ ਜ਼ਿਆਦਾ ਕਰਕੇ ਤਾਂ ਬਾਹਰੋਂ ਹੀ ਮਨ ਕਰਕੇ ਆਉਂਦੇ। ਉਹ ਜਦੋਂ ਇਹ ਕਰਦੇ ਆ ਤੇ ਫਿਰ ਉਹ ਫਿਰ ਪੱਛਮੀ ਮਤ ਨਹੀਂ ਅਖਵਾਉਂਦੀ ਹੈ। ਅੱਜ ਕੱਲ ਦੇ ਵਿੱਚ ਕਈ ਤਰ੍ਹਾਂ ਦੇ ਸਮੇਂ ਦੇ ਅਨੁਸਾਰ ਤਬਦੀਲ ਹੋ ਗਿਆ ਸਮਾਂ, ਤੇ ਉਹ ਚੀਜ਼ ਨੂੰ ਆਪਾਂ ਨੇ ਜਦੋਂ ਇਹ ਕੀਤਾ ਗੁਰੂ ਘਰਾਂ ਦੇ ਵਿੱਚ, ਐਵੇਂ ਪਿਆਰਿਓ ਗੱਲ ਕੁਛ ਵੀ ਨਹੀਂ ਹੁੰਦੀ ਹੈ। ਇਤਿਹਾਸ ਦਾ ਪਤਾ ਨਹੀਂ ਹੁੰਦਾ, ਪਿਛੋਕੜ ਦਾ ਪਤਾ ਨਹੀਂ ਹੁੰਦਾ, ਬਸ ਇੱਕ ਨਵੀਂ ਚਾਲ। ਕਿਉਂਕਿ ਅੱਜ ਕੱਲ ਤਾਂ ਇੰਨਾ ਜ਼ਿਆਦਾ ਪਿਆਰਿਓ ਲੋਕਾਂ ਦੇ ਵਿੱਚ ਭੁਲੇਖਾ ਪੈ ਗਿਆ, ਤੇ ਦੀਆ ਵੀ ਕੋਈ ਬਾਲ ਦਵੇ ਤੇ ਫਿਰ ਮਗਰ ਲੱਗ ਜਾਂਦੇ ਕਿ ਲਾ ਭਈ ਦੀਵੇ ਜਗਾਉਂਦੇ ਕਰਕੇ। ਲੇਕਿਨ ਪਿਆਰਿਓ ਕਿਸੇ ਜ਼ਮਾਨੇ ਦੇ ਵਿੱਚ ਉਹਨਾਂ ਨੂੰ ਪਤਾ ਹੋਣਾ ਚਾਹੀਦਾ, ਆਈ ਦੀਵਿਆਂ ਦੇ ਖਾਤਰ ਕਈ ਸਿੰਘ ਜਿਹੜੇ ਹਨ ਦਰਬਾਰ ਸਾਹਿਬ ਦੇ ਵਿੱਚ ਸ਼ਹੀਦ ਹੋ ਗਏ। ਕਿਉਂਕਿ ਜਦੋਂ ਮੱਸਾ ਰੰਗੜ ਆਦਿਕ ਤੇ ਨਾਲ ਅਹਿਮਦ ਸ਼ਾਹ ਅਬਦਾਲੀ ਨੇ ਜਦੋਂ ਗੁਰੂ ਘਰ ਦੇ ਉੱਤੇ ਕਬਜ਼ਾ ਕਰ ਲਿਆ, ਤੇ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਉਹਨਾਂ ਦਾ ਜਦੋਂ ਕਬਜ਼ਾ ਹੋ ਗਿਆ, ਤੇ ਉਹਨਾਂ ਨੇ ਕਹਿ ਦਿੱਤਾ ਕਿ ਇਹ ਘਰ ਦੇ ਵਿੱਚ ਦਰਬਾਰ ਸਾਹਿਬ ਦੇ ਵਿੱਚ ਦੀਆ ਨਹੀਂ ਜਗਣਾ ਚਾਹੀਦਾ। ਤੇ ਇਹ ਪਿਆਰਿਓ ਨਿਸ਼ਾਨੀ ਹੋਇਆ ਕਰਦੀ ਹੈ, ਜਿਸ ਘਰ ਦੇ ਵਿੱਚ ਮਾਤਮ ਛਾ ਜਾਵੇ, ਜਿਨ੍ਹਾਂ ਦਾ ਕੋਈ ਬੰਦਾ ਨਾ ਬਚਿਆ ਹੋਇਆ ਹੋਵੇ ਨਾ, ਉਹਨਾਂ ਘਰ ਦੇ ਵਿੱਚ ਦੀਏ ਨਹੀਂ ਜਗਦੇ ਹਨ। ਆਪ ਨੂੰ ਪਤਾ ਹੋਵੇਗਾ ਗੁਰਬਾਣੀ ਦੇ ਵਿੱਚ ਵੀ ਇੱਕ ਆਪਾਂ ਸ਼ਬਦ ਪੜ੍ਹਦੇ ਆ ਕਿ ਲੰਕਾ ਸਾ ਕੋਟ ਸਮੁੰਦਰ ਸੀ ਖਾਈ, ਤਹਿ ਰਾਵਣ ਘਰ ਖਬਰ ਨਾ ਪਾਈ, ਲੰਕਾ ਗੜ ਸੋਇਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਿਆ। ਇਹ ਸ਼ਬਦ ਦੇ ਵਿੱਚ ਤਹਿ ਰਾਵਣ ਕਰ ਦੀਆ ਨਾ ਬਾਤੀ, ਇਹ ਵੀ ਸ਼ਬਦ ਆਉਂਦਾ ਕਿ ਉਹ ਰਾਵਣ ਜਿਹੜਾ ਮਰ ਗਿਆ। 1 ਲੱਖ ਸਪੂਤ 1.25 ਲੱਖ ਨਾਤੀ, ਤਹਿ ਰਾਵਣ ਕਾ ਘਰ ਦੀਆ ਨਾ ਬਾਤੀ। 1 ਲੱਖ ਪੁੱਤ ਤੇ 1.25 ਲੱਖ ਉਹਦੇ ਨਾਤੀ ਪੋਤਰੇ ਸਨ। ਲੇਕਿਨ ਰਾਵਣ ਵਰਗਾ ਜਦੋਂ ਮਰ ਗਿਆ, ਉਹਦੇ ਨਾਮ ਦਾ ਦੀਆ ਜਗਾਉਣ ਵਾਲਾ ਵੀ ਕੋਈ ਨਹੀਂ ਰਿਹਾ। ਇਹ ਪਿਆਰਿਓ ਇੱਕ ਮਰਿਆਦਾ ਹੁੰਦੀ ਹੈ।
ਅੱਜ ਵੀ ਆਪ ਨੂੰ ਯਾਦ ਹੋਵੇਗਾ। ਕਈ ਵਾਰੀ ਕੋਈ ਬੰਦਾ ਜਦੋਂ ਚਲਾਣਾ, ਇਹਨੂੰ ਕਰਮਕਾਂਡ ਦੀ ਦ੍ਰਿਸ਼ਟੀ ਦੇ ਨਾਲ ਕਦੇ ਨਹੀਂ ਸੋਚਣਾ ਚਾਹੀਦਾ। ਜੇ ਕਰਮਕਾਂਡ ਦੀ ਦ੍ਰਿਸ਼ਟੀ ਦੇ ਨਾਲ ਸੋਚੋਗੇ ਤਾਂ ਪਿਆਰਿਓ ਖਾਲੀ ਰਹਿ ਜਾਓਗੇ। ਇਹ ਪਿਆਰਿਓ ਇੱਕ ਮਰਿਆਦਾ ਹੈ, ਇੱਕ ਲੌਕਿਕ ਮਰਿਆਦਾ ਹੈ। ਤੇ ਕੋਈ ਬੰਦਾ ਜਦੋਂ ਚਲਾਣਾ ਕਰ ਜਾਵੇ, ਆਪਾਂ ਉਹਨਾਂ ਦਾ ਸੰਸਕਾਰ ਕਰਕੇ ਆਉਂਦੇ ਆ। ਜੇ ਉਹਦੇ ਪਰਿਵਾਰ ਦਾ ਕੋਈ ਚਿਰਾਗ, ਭਾਵ ਕਿ ਕੋਈ ਪਰਿਵਾਰ ਦਾ ਮੈਂਬਰ ਜਿੰਦਾ ਹੈ ਤੇ ਅੱਗੇ ਉਹਦੀ ਪੀੜੀ ਚੱਲਦੀ, ਤਾਂ ਉਹਦੇ ਘਰ ਦੇ ਵਿੱਚ ਦੀਆ ਜਗਾਇਆ ਜਾਂਦਾ ਉਹਦੇ ਨਾਮ ਦਾ, ਕਿ ਭਾਈ ਤੂੰ ਤਾਂ ਮਰ ਗਿਆ, ਆ ਦੀਵਾ ਜਿਹੜਾ ਚੱਲ ਰਿਹਾ, ਤੇਰੀ ਪੀੜੀ ਅੱਗੇ ਚੱਲ ਰਹੀ ਹੈ। ਤੇ ਉਹਨਾਂ ਦੇ ਦੀਏ ਨਹੀਂ ਜਗਦੇ ਹਨ ਜਿਨ੍ਹਾਂ ਦਾ ਸਰਬੰਸ ਨਾਸ ਹੋ ਜਾਵੇ। ਸਾਰੇ ਜਿਨ੍ਹਾਂ ਦੇ ਖਤਮ ਹੋ ਜਾਣ, ਉਹਨਾਂ ਦਾ ਦੀਆ ਨਹੀਂ ਜਗਾਇਆ ਜਾਂਦਾ। ਇਹੀ ਤਾਂ ਕਾਰਨ ਸੀ ਤੁਰਕਾਂ ਨੇ ਕਹਿ ਦਿੱਤਾ ਕਿ ਸਾਰੇ ਸਿੱਖਾਂ ਨੂੰ ਅਸਾਂ ਨੇ ਖਤਮ ਕਰ ਦਿੱਤਾ, ਇੱਕ ਵੀ ਸਿੱਖ ਨਹੀਂ ਬਚਿਆ ਇਹਨਾਂ ਦਾ ਦੀਆ ਜਗਾਉਣ। ਜਿਹੜੇ ਘਰ ਦੇ ਵਿੱਚ ਦੀਆ ਨਹੀਂ ਜਗਦਾ, ਬੱਤੀ ਨਹੀਂ ਜਗਦੀ ਹੈ, ਆਮ ਬੰਦਾ ਅਨੁਮਾਨ ਲਾ ਲੈਂਦਾ ਕਿ ਭਾਈ ਇਹ ਘਰ ਦੇ ਵਿੱਚ ਕੋਈ ਵੀ ਨਹੀਂ ਹੈ, ਜਾਂ ਤਾਂ ਇਹ ਖੰਡਰ ਬਣ ਗਿਆ, ਘਰ ਦੇ ਵਿੱਚ ਕੋਈ ਨਹੀਂ ਹੈ, ਜਾਂ ਬਾਹਰ ਚੱਲ ਗਏ, ਜਾਂ ਸਾਰੇ ਮਰ ਗਏ ਕਰਕੇ, ਤਾਂ ਹੀ ਤਾਂ ਦੀਵਾ ਨਹੀਂ ਜਗਦਾ। ਕਈ ਵਾਰੀ ਆਪਾਂ ਵੇਖਦੇ ਹਾਂ, ਅੱਜ ਆਪਾਂ ਦੀਏ ਨਹੀਂ ਜਗਾਉਂਦੇ, ਲੇਕਿਨ ਦੀਵੇ ਦੀ ਥਾਂ ਜਿਹੜੀ ਹੈ ਲਾਈਟ ਨੇ ਲੈ ਲਈ ਹੈ। ਤੇ ਘਰ ਦੇ ਵਿੱਚ ਵੀ ਜਦੋਂ ਸ਼ਾਮਾਂ ਦਾ ਵੇਲਾ ਹੋ ਜਾਵੇ, ਤੁਰੰਤ ਆਪਾਂ ਇੱਕ ਨਾ ਇੱਕ ਬੱਤੀ ਜ਼ਰੂਰ ਜਗਾ ਕੇ ਰੱਖਦੇ ਆ। ਕਈ ਵਾਰੀ ਆਪਾਂ ਬਾਹਰ ਵੀ ਕਿੱਥੇ ਚੱਲ ਜਾਂਦੇ, ਘਰ ਦੇ ਵਿੱਚ ਤਾਲਾ ਹੁੰਦਾ, ਲੇਕਿਨ ਸਾਰੀਆਂ ਬੱਤੀਆਂ ਬੰਦ ਕਰਕੇ ਇੱਕ ਤਾਂ ਬੱਤੀ ਆਪਾਂ ਜ਼ਰੂਰ ਚਾਲੂ ਰੱਖਦੇ ਆ ਕਿ ਭਾਈ ਆ ਘਰ ਜਿਹੜਾ ਹੈ ਇਹ ਹੱਸਦਾ ਵੱਸਦਾ ਹੈ, ਇੱਥੇ ਮਾਤਮ ਨਹੀਂ ਛਾਇਆ ਕਰਕੇ। ਲੇਕਿਨ ਅਜੋਕੇ ਜ਼ਮਾਨੇ ਦੇ ਵਿੱਚ ਪਤਾ ਨਹੀਂ ਲੋਕਾਂ ਨੂੰ ਇਹਨਾਂ ਛੋਟੀਆਂ ਚੀਜ਼ਾਂ ਦੇ ਨਾਲ ਇੰਨਾ ਜ਼ਿਆਦਾ ਜਿਹੜਾ ਕੱਟਰਵਾਦ ਆ ਗਿਆ। ਨਰੀਏਲ ਲੈ ਲਿਆ ਤੇ ਕਹਿੰਦੇ ਜੀ ਹਿੰਦੂ ਮਤ, ਆ ਕੋਈ ਜਿਹੜਾ ਧੂਫ ਦਿਖਾ ਲਿਆ ਤਾਂ ਵੀ ਕਹਿ ਦਿੰਦੇ। ਨਹੀਂ ਪਿਆਰਿਓ, ਆਪ ਜੀ ਖੁਦ ਵੇਖੋ, ਸਤਿਗੁਰੂ ਮਹਾਰਾਜ ਜੀ ਨੇ ਇਹ ਮਰਿਆਦਾ ਨਰੀਏਲ ਦੀ, ਇਹ ਮਰਿਆਦਾ ਆਪ ਤੋੜਨੀ ਕੀਤੀ ਹੈ। ਸਤਿਗੁਰੂ ਮਹਾਰਾਜ ਜੀ ਨੇ ਨਰੀਏਲ ਤੇ 5 ਪੈਸੇ ਬਾਬਾ ਲੈਣਾ ਜੀ ਦੇ ਝੋਲੀ ਵਿੱਚ ਪਾ ਕਰਕੇ 3 ਪ੍ਰਦਖਣਾ ਜਿਹੜੀਆਂ ਕਰਨੀਆਂ ਕੀਤੀਆਂ। ਕਰ ਤੇ ਧਰ ਕੇ ਭੇਟ ਅਗੇਰੇ, ਫਿਰ ਭੇਟਾਵਾਂ ਜਿਹੜੀਆਂ ਹਨ ਸਤਿਗੁਰੂ ਮਹਾਰਾਜ ਜੀ ਨੇ ਉਹਨਾਂ ਦੇ ਅੱਗੇ ਧਰਨੀ ਕੀਤੀ। ਹੱਥ ਜੋੜ ਕੇ ਸੀਸ ਨਿਵਾਏ, ਫਿਰ ਹੱਥ ਜੋੜ ਕਰਕੇ ਬਾਬਾ ਲੈਣਾ ਜੀ ਦੇ ਚਰਨਾਂ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਜਗਤ ਗੁਰੂ ਨਾਨਕ ਦੇਵ ਜੀ ਮਹਾਰਾਜ, ਜਿਨ੍ਹਾਂ ਨੇ ਪਿਆਰਿਓ ਗੜ ਬਗਦਾਦ ਨਿਵਾਏ ਕਾ ਮੱਕਾ ਮਦੀਨਾ ਸਭੈ ਨਿਵਾ ਦਿੱਤਾ, ਸਾਰਿਆਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾ ਦਿੱਤਾ। ਇਹੋ ਜਿਹੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਜੋਤ ਜਿਹੜੀ ਹੈ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਵਿੱਚ ਟਿਕਾ ਦਿੱਤੀ, ਫਿਰ ਪਿਆਰਿਓ ਯਾਦ ਰੱਖਣਾ ਚਾਹੀਦਾ, ਸਤਿਗੁਰੂ ਮਹਾਰਾਜ ਕਿਸੇ ਸਰੀਰ ਨੂੰ ਮੱਥਾ ਨਹੀਂ ਟੇਕ ਰਹੇ, ਉਹ ਗੁਰੂ ਜੋਤ ਨੂੰ ਮੱਥਾ ਟੇਕ ਰਿਹਾ। ਜੋ ਗੁਰੂ ਜੋਤ ਅੱਜ ਸਤਿਗੁਰੂ ਮਹਾਰਾਜ ਜੀ ਦੇ ਵਿੱਚ ਵਿਦਿਆਮਾਨ ਸੀ, ਸਤਿਗੁਰੂ ਮਹਾਰਾਜ ਜੀ ਨੇ ਉਹ ਜੋਤ ਬਾਬਾ ਲੈਣਾ ਜੀ ਦੇ ਅੰਦਰ ਟਿਕਾ ਦਿੱਤਾ। ਉਸ ਗੁਰੂ ਜੋਤ ਨੂੰ ਸਤਿਗੁਰੂ ਮਹਾਰਾਜ ਜੀ ਨੇ ਮੱਥਾ ਟੇਕ ਦਿੱਤਾ। ਲਹਿਣਾ ਪਿਖ ਡਰਿਓ ਬਿਸਮਾਇਓ, ਆ ਅਸ਼ੰਭਾ ਵੇਖ ਕਰਕੇ, ਅਚਰਜ ਕੌਤਕ ਵੇਖ ਕਰਕੇ ਬਾਬਾ ਲੈਣਾ ਜੀ ਇੱਕਦਮ ਤਾਂ ਡਰ ਗਏ, ਬੜੇ ਵਿਸਮਿਤ ਹੋ ਗਏ। ਔਰ ਵਿਚਾਰ ਵਿਪਰੀਤ ਮਹਾਨਾ, ਉਹਨਾਂ ਨੇ ਮਨ ਵਿੱਚ ਵਿਚਾਰ ਕੀਤੀ ਹੈ ਕਿ ਭਾਈ ਇਹ ਤਾਂ ਬਹੁਤ ਜ਼ਿਆਦਾ ਪੁੱਠਾ ਕੰਮ ਹੋ ਗਿਆ। ਤਹਿਸਿਨ ਐਬਿਦ ਬਚਨ ਬਖਾਨਾ, ਉਸ ਵੇਲੇ ਮਹਾਰਾਜ ਜੀ ਦੇ ਤਾਂ ਹੀ ਇਹ ਬਚਨ ਕੀਤਾ ਹੈ। ਤੁਮ ਕਰਤਾਰ ਸਰਬ ਸਿਰ ਤਾਜਾ, ਕਹਿੰਦੇ ਸਤਿਗੁਰੂ ਮਹਾਰਾਜ ਆਪ ਜੀ ਕਰਤਾਰ ਹੋ, ਸਾਰੇ ਸੰਸਾਰ ਦੇ ਸਿਰਤਾਜ ਹੋ ਜੀ। ਪਰਮ ਪਰਮੇਸ਼ਰ ਸ੍ਰੀ ਮਹਾਰਾਜ, ਆਪ ਜੀ ਪਰਮ ਹੋ, ਪਰਮੇਸ਼ਰ ਹੋ, ਸਾਰਿਆਂ ਦੇ ਮਹਾਰਾਜ ਹੋ। ਜਿਸ ਤਨ ਕੋ ਤੁਮਨੇ ਸਿਰ ਨਿਆਇਓ, ਬਾਬਾ ਲੈਣਾ ਜੀ ਕਹਿੰਦੇ ਸਤਿਗੁਰੂ ਮਹਾਰਾਜ ਜਿਸ ਤਨ ਦੇ ਅੱਗੇ, ਭਾਵ ਕੇ ਸਾਡੇ ਤਨ ਦੇ ਅੱਗੇ ਆਪ ਜੀ ਨੇ ਸਿਰ ਨਿਵਾ ਦਿੱਤਾ, ਮੱਥਾ ਟੇਕ ਦਿੱਤਾ। ਉਚਿਤ ਬੜੇ ਦੁੱਖ ਮੈਂ ਲਖ ਪਾਇਓ, ਮੈਨੂੰ ਤਾਂ ਇਹ ਲੱਗ ਰਿਹਾ ਕਿ ਸਤਿਗੁਰੂ ਮਹਾਰਾਜ ਇਹ ਸਰੀਰ ਜਿਹੜਾ ਹੈ ਇਹ ਤਾੜਨਾ ਦੇ ਯੋਗ ਹੈ, ਇਹਨੂੰ ਸਜ਼ਾ ਦੇਣੀ ਚਾਹੀਦੀ ਹੈ। ਭਾਵ ਕਿ ਆਪਣੇ ਤਨ ਦੇ ਬਾਬਤ ਕਹਿੰਦੇ, ਇਹ ਨਹੀਂ ਕਹਿੰਦੇ ਕਿ ਸਤਿਗੁਰੂ ਮਹਾਰਾਜ ਆਪ ਜੀ ਤੋਂ ਗਲਤੀ ਹੋ ਗਈ। ਆਪ ਜੀ ਨੇ ਬੇਸ਼ੱਕ ਮੱਥਾ ਟੇਕਣਾ ਕੀਤਾ, ਇਹ ਤਾਂ ਤੁਹਾਡੀ ਵਡਿਆਈ, ਲੇਕਿਨ ਮੇਰੇ ਵਰਗੇ ਸੇਵਕ ਦੇ ਤਨ ਦੇ ਅੱਗੇ ਮੱਥਾ ਟੇਕ ਦਿੱਤਾ, ਮੇਰਾ ਤਨ ਮਹਾਰਾਜ ਇਹ ਰਹਿਣ ਦੇ ਲਾਇਕ ਨਹੀਂ ਹੈ। ਦੋਹਰਾ ਸੁਨ ਕੇ ਸ੍ਰੀ ਗੁਰ ਤਬ ਕਹਿਓ, ਕਿਰਪਾ ਰਸੀਲੇ ਨੈ, ਸੁਣ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਰਸੀਲੇ, ਜਿਨ੍ਹਾਂ ਦੇ ਨੈਣ ਰਸੀਲੇ ਹਨ,
ਕਿਰਪਾ ਧਾਰ ਕਰਕੇ ਬਚਨ ਕੀਤਾ। ਪੁਰਖਾ ਬਸ ਦੂਸ਼ਣ ਕਰਹੁ ਬਹੁਰ ਨਾ ਬੋਲਹੁ ਬੈ। ਸਤਿਗੁਰੂ ਜੀ ਕਹਿਣ ਲੱਗੇ, ਪੁਰਖਾ ਹੁਣ ਚੁੱਪ ਕਰ ਜਾਓ, ਇੱਕ ਵੀ ਬਚਨ ਨਹੀਂ ਉਚਾਰਨ ਕਰਨਾ, ਕੁਛ ਵੀ ਨਹੀਂ ਬੋਲਣਾ ਹੈ। ਚੌਪਈ ਜੋ ਉਚਰਹੁ ਸੋ ਹੋਵੈ ਸਾਚੀ। ਕਿਉਂਕਿ ਹੁਣ ਤੁਸੀਂ ਬਾਬਾ ਲੈਣਾ ਨਹੀਂ ਰਹਿ ਗਏ, ਹੁਣ ਪੂਰਾ ਖੇਲ ਹੀ ਬਦਲ ਗਿਆ। ਸਰੀਰ ਤਾਂ ਉਹੀ ਰਵੇਗਾ, ਲੇਕਿਨ ਜੋਤ ਹੁਣ ਬਦਲ ਗਈ ਹੈ, ਜੋਤ ਟਿਕ ਗਈ ਹੈ ਆਵੇਗਾ। ਪੁਨ ਅਸ ਕਰਹੁ ਨ ਗਿਰਾ ਉਬਾਚੀ। ਇਸ ਤੋਂ ਬਾਅਦ ਕੋਈ ਵੀ ਬਚਨ ਜਿਹੜਾ ਉਚਾਰਨ ਨਹੀਂ ਕਰਨਾ ਹੈ, ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਕਰੋ। ਆਇਸ ਮਨਹੁ ਅਸ ਮਤ ਮੇਰੋ। ਮੇਰੀ ਇਹੋ ਜੀ ਆਪ ਜੀ ਨੂੰ ਇਹ ਮਤ ਹੈ, ਸਿੱਖਿਆ ਹੈ ਕਿ ਹੁਣ ਆਗਿਆ ਦੇ ਵਿੱਚ ਪ੍ਰਮਾਤਮਾ ਦੀ ਰਜ਼ਾ ਦੇ ਵਿੱਚ ਚੱਲਣਾ ਕਰੋ। ਭਾ ਸਭ ਕੋ ਗੁਰ ਵੈ ਜਗ ਚੇਰੋ। ਹੁਣ ਆਪ ਅੱਜ ਤੋਂ ਬਾਅਦ ਆਪ ਜੀ ਬਾਬਾ ਲੈਣਾ ਜੀ ਨਹੀਂ, ਆਪ ਜੀ ਜਗਤ ਗੁਰ ਸੁਆਮੀ ਹੋ। ਆਪ ਜੀ ਗੁਰਤਾ ਗੱਦੀ ਤੇ ਬਿਰਾਜਮਾਨ, ਸਾਰੇ ਜਗਤ ਦੇ ਆਪ ਜੀ ਗੁਰੂ ਤੇ ਸਾਰਾ ਸੰਸਾਰ ਆਪ ਜੀ ਦਾ ਚੇਲਾ ਸਿੱਖ ਬਣ ਗਿਆ। ਅੰਗਦ ਨਾਮ ਆਜ ਤੇ ਹੋਹੀ। ਅੱਜ ਤੋਂ ਸਤਿਗੁਰੂ ਮਹਾਰਾਜ ਜੀ ਨੇ ਪਿਆਰਿਓ ਪਹਿਲੇ ਜਿਹੜਾ ਤਖੱਲਸ ਦਿੱਤਾ ਸੀ ਨਾ, ਆਪ ਨੂੰ ਯਾਦ ਹੋਵੇਗਾ। ਜਦੋਂ ਸਤਿਗੁਰੂ ਮਹਾਰਾਜ ਜੀ ਨੇ ਬਚਨ ਕੀਤਾ ਸੀ ਕਿ ਮੁਰਦਾ ਛਕਣਾ ਕਰੋ, ਬਾਬਾ ਲੈਣਾ ਜੀ ਤਿਆਰ ਹੋ ਗਏ। ਜਦੋਂ ਕਪੜਾ ਕੱਜ ਕਰਕੇ ਪਲਟਾ ਕਰਕੇ ਵੇਖਿਆ, ਅੰਦਰ ਕੜਾ ਪ੍ਰਸ਼ਾਦ ਦੀ ਦੇਗ ਸੀ, ਤੇ ਤੁਰੰਤ ਜਦੋਂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਢੇਰੀ ਹੋ ਗਏ, ਬਾਹੋਂ ਫੜ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਗਲ ਵਕੜੀ ਲੈ ਕਰਕੇ ਉਸੇ ਵੇਲੇ ਬਚਨ ਕਰ ਦਿੱਤਾ ਕਿ ਅੱਜ ਤੋਂ ਤੁਸੀਂ ਸਾਡੇ ਅੰਗ ਅੱਧ ਹੋ। ਆਪਣੇ ਅੰਗ ਦੇ ਨਾਲ ਲਾ ਕਰਕੇ ਤੁਹਾਨੂੰ ਅਸਾਂ ਨੇ ਆਪਣਾ ਹੀ ਅੰਗ ਬਣਾ ਲਿਆ। ਹੁਣ ਮਹਾਰਾਜ ਜੀ ਨੇ ਇਹ ਬਚਨ ਕੀਤਾ ਕਿ ਅੰਗਦ ਨਾਮ ਆਜ ਤੇ ਹੋਹੀ। ਅੱਜ ਤੋਂ ਬਾਅਦ ਆਪ ਜੀ ਦਾ ਨਾਮ ਬਾਬਾ ਲੈਣਾ ਜੀ ਨਹੀਂ ਹੈ, ਅੱਜ ਤੋਂ ਬਾਅਦ ਆਪ ਜੀ ਦਾ ਨਾਮ ਅੰਗਦ ਦੇਵ ਜੀ ਕਰਕੇ ਹੋਵੇਗਾ। ਇਹਨੂੰ ਪਿਆਰਿਓ ਤਖੱਲਸ ਬੋਲਦੇ ਹਨ, ਜਾਂ ਕੋਈ ਲਕਬ ਜਿਹੜਾ ਇਹ ਬੰਦੇ ਦੇ ਨਾਲ ਲੱਗ ਜਾਂਦਾ। ਕਈ ਵਾਰੀ ਆਪਾਂ ਵੇਖਦੇ ਹਾਂ ਸੰਸਾਰ ਦੇ ਵਿੱਚ ਕਈਆਂ ਦਾ ਨਾਮ ਤਾਂ ਜਿਹੜਾ ਕੁਝ ਔਰ ਹੀ ਹੁੰਦਾ, ਲੇਕਿਨ ਕੋਈ ਵਡਿਆਈ ਉਹਨਾਂ ਨੂੰ ਪ੍ਰਾਪਤ ਹੋ ਜਾਵੇ ਤੇ ਉਹ ਵਡਿਆਈ ਦੇ ਨਾਲ, ਉਹੀ ਲਕਬ ਦੇ ਨਾਲ ਉਹਨਾਂ ਨੂੰ ਯਾਦ ਕੀਤਾ ਜਾਂਦਾ। ਅੱਜ ਸਾਰਾ ਸਿੱਖ ਜਗਤ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੂੰ ਬਾਬਾ ਲੈਣਾ ਜੀ ਕਰਕੇ ਯਾਦ ਨਹੀਂ ਕਰਦਾ। ਹਾਂ, ਲੇਕਿਨ ਗੁਰਬਾਣੀ ਦੇ ਵਿੱਚ ਬਾਬਾ ਲੈਣਾ ਕਰਕੇ ਨਾਮ ਗੁਰਬਾਣੀ ਦੇ ਵਿੱਚ ਭੱਠਾਂ ਨੇ ਵਰਤਨਾ ਕੀਤਾ ਤੇ ਨਾਲ ਸਿੱਖਾਂ ਨੇ ਵੀ ਇਹ ਵਰਤਨਾ ਕੀਤਾ। ਲੇਕਿਨ ਸਤਿਗੁਰੂ ਮਹਾਰਾਜ ਜੀ ਨੇ ਨਾਮ ਲਾ ਦਿੱਤਾ, ਅੱਜ ਤੋਂ ਬਾਅਦ ਆਪ ਜੀ ਦਾ ਨਾਮ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਹੋਵੇਗਾ। ਨਿਜ ਅੰਗਨ ਤੇ ਕੀਨੂ ਤੋਹੀ। ਅੱਜ ਤੋਂ ਅਸਾਂ ਨੇ ਆਪਣਾ ਅੰਗ ਆਦ ਦੇ ਦਿੱਤਾ, ਭਾਵ ਕਿ ਤੁਹਾਨੂੰ ਆਪਣੇ ਅੰਗ ਦੇ ਨਾਲ ਲਾ ਕਰਕੇ ਆਪਣਾ ਅੰਗ ਹੀ ਆਪ ਜੀ ਨੂੰ ਬਣਾ ਲਿਆ ਹੈ। ਸਿਮਰਨ ਸਤ ਨਾਮ ਪ੍ਰਗਟਾਵੋ। ਹੁਣ ਤੋਂ ਆਪ ਜੀ ਕੀ ਕਰਨਾ ਕਰੋ, ਸਾਰੇ ਜਗਤ ਦੇ ਵਿੱਚ ਸਤਿ ਨਾਮ ਦਾ ਚੱਕਰ ਫਿਰਾਇਆ। ਸਤ ਨਾਮ ਦਾ ਚੱਕਰ ਜਿਹੜਾ ਸੰਸਾਰ ਦੇ ਵਿੱਚ ਫਿਰਾਉਣਾ ਕਰੋ। ਜਹ ਤਹ ਸਿੱਖੀ ਰੀਤ ਚਲਾਓ। ਜਿੱਥੇ ਕਿਥੇ ਸਿੱਖੀ ਦੀ ਜੋ ਮਰਿਆਦਾ, ਸਿੱਖੀ ਦੀ ਜੋ ਰੀਤੀ ਹੈ, ਇਹ ਮਰਿਆਦਾ ਨੂੰ ਤੁਸੀਂ ਤੋੜਨਾ ਕਰੋ। ਅਸ ਕਹਿ ਪ੍ਰਭੂ ਦਵੈ ਰੂਪ ਸੁਹਾਇਓ। ਇਸ ਤਰ੍ਹਾਂ ਕਹਿ ਕਰਕੇ ਸਤਿਗੁਰੂ ਮਹਾਰਾਜ ਹੁਣ ਦੋ ਰੂਪ ਬਣ ਗਏ, ਭਾਵ ਕਿ ਸ੍ਰੀ ਗੁਰੂ ਨਾਨਕ, ਸ੍ਰੀ ਨਾਨਕ ਅੰਗਦ ਕਰਮਾਨਾ, ਸ੍ਰੀ ਨਾਨਕ ਤੇ ਬਾਬਾ ਲੈਣਾ ਜੀ, ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੋ ਪ੍ਰਤੱਖ ਗੁਰੂ ਮੌਜੂਦ ਹਨ। ਜਨ ਸ਼੍ਰੀ ਗੰਗ ਤਰੰਗ ਉਠਾਇਓ। ਇਹ ਇੰਜ ਲੱਗ ਰਿਹਾ ਜਿਸ ਤਰ੍ਹਾਂ ਕਿ ਗੰਗਾ ਦੇ ਵਿੱਚ ਕੋਈ ਤਰੰਗ ਉੱਠਦੀ ਹੈ, ਇਸ ਤਰ੍ਹਾਂ ਗੁਰੂ ਨਾਨਕ ਦੇ ਵਿੱਚੋਂ ਬਾਬਾ ਅੰਗਦ, ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦਾ ਪ੍ਰਗਟਾਵਾ ਹੋ ਗਿਆ। ਨੀਕੇ ਦਿਪਿਓ ਪ੍ਰਕਾਸ਼ ਬਿਸਾਲਾ। ਜਦੋਂ ਸਤਿਗੁਰੂ ਮਹਾਰਾਜ ਜੀ ਨੇ ਜੋਤ ਉਹਨਾਂ ਦੇ ਅੰਦਰ ਟਿਕਾ ਦਿੱਤੀ ਹੈ, ਇੱਕਦਮ ਸਰੀਰ ਦਾ ਚੱਕਰ ਚਹਿਨ ਬਦਲ ਗਿਆ, ਹਾਉ ਭਾਉ ਬਦਲ ਗਿਆ, ਤੇਜ ਪ੍ਰਤਾਪ ਜਿਹੜਾ ਦੂਣ ਸਵਾਇਆ ਵੱਧ ਗਿਆ ਹੈ। ਜਿਉ ਮਸ਼ਾਲ ਤੇ ਜਗੇ ਮਸ਼ਾਲਾ। ਇਹ ਇੰਜ ਹੋਇਆ ਕਿ ਜਿਸ ਤਰ੍ਹਾਂ ਕੇ ਪਿਆਰਿਓ ਇੱਕ ਜਾਗੀ ਹੋਈ ਮਸ਼ਾਲ ਜਿਹੜੀ ਹੈ, ਜਨ ਦੀਪਕ ਤੇ ਦੀਪ ਜਗਾਨਾ, ਇੱਕ ਦੀਆ ਇੱਕ ਮਸ਼ਾਲ, ਕਿਉਂਕਿ ਆ ਮਸ਼ਾਲ ਹੋ ਗਿਆ, ਦੀਆ ਹੋ ਗਿਆ। ਅੱਜ ਕੱਲ ਦੇ ਤਾਂ ਬੱਚਿਆਂ ਨੂੰ ਇਹ ਵੀ ਨਹੀਂ ਪਤਾ ਕਿ ਮਸ਼ਾਲ ਕਿਹਨੂੰ ਬੋਲਦੇ, ਕਿਉਂਕਿ ਆਪਾਂ ਨੇ ਵੀ ਨਹੀਂ ਵੇਖਿਆ ਜਦੋਂ ਤੋਂ ਪੈਦਾ ਹੋਏ ਇਲੈਕਟ੍ਰਿਸਿਟੀ ਆ ਗਈ। ਲੇਕਿਨ ਬਜ਼ੁਰਗਾਂ ਨੂੰ ਪਤਾ ਹੋਵੇਗਾ ਕਿ ਭਾਈ ਪਹਿਲੇ ਮਸ਼ਾਲਾਂ ਰੱਖਿਆ ਜਾਂਦਾ ਹੈ
ਤੇ ਜਦੋਂ ਰਾਤਰੀ ਦਾ ਸਮਾਂ ਹੋਵੇ ਤੇ ਦੂਜੀਆਂ ਬੁੱਝੀਆਂ ਹੋਈਆਂ ਮਸ਼ਾਲਾਂ ਉਹਦੇ ਵਿੱਚ ਤੇਲ ਪਾ ਕਰਕੇ ਫਿਰ ਉਹਦੇ ਦੀਪਕ ਤੇ ਦੀਪ ਜਗਾਨਾ। ਜਿਸ ਤਰ੍ਹਾਂ ਕਿ ਇੱਕ ਦੀਆ ਜਿਹੜਾ ਹੈ, ਇੱਕ ਜਗਦਾ ਹੋਇਆ ਦੀਵਾ ਜਿਹੜਾ ਹੈ, ਉਹ ਜਗਦੇ ਹੋਏ ਦੀਵੇ ਤੋਂ ਪਿਆਰਿਓ ਦੂਜਾ ਜਿਹੜਾ ਦੀਆ ਜਿਹੜਾ ਹੈ ਜਿਹਦੇ ਵਿੱਚ ਤੇਲ ਪਿਆ ਹੋਇਆ, ਦੀਵਾ ਵੀ ਹੈ, ਬਾਤੀ ਵੀ ਹੈ, ਲੇਕਿਨ ਪ੍ਰਕਾਸ਼ ਤੋਂ ਵਾਂਝਾ ਹੈ, ਉਹ ਲੌ ਤੋਂ ਵਾਂਝਾ ਹੈ। ਲੇਕਿਨ ਜਦੋਂ ਉਹ ਬੁਝਿਆ ਹੋਇਆ ਦੀਵਾ ਜਿਹੜਾ ਜਗੇ ਹੋਏ ਦੀਵੇ ਦੇ ਨਾਲ ਆਪਾਂ ਜੋੜ ਦਿੰਦੇ ਆ ਤੇ ਜਨ ਦੀਪਕ ਤੇ ਦੀਪ ਜਗਾਨਾ, ਇੱਕ ਜਗਿਆ ਹੋਇਆ ਦੀਪ ਤੇ ਫਿਰ ਦੂਜੇ ਬੁਝੇ ਹੋਏ ਦੀਏ ਨੂੰ ਵੀ ਉਹ ਜਾਗਰਤ ਕਰ ਦਿੰਦਾ। ਫਿਰ ਆਪ ਜੀ ਕਦੇ ਯਾਦ ਰੱਖਣਾ ਕਰੋ, ਚੇਤੇ ਕਰਨਾ ਕਰੋ, ਇੱਕ ਦੀਏ ਦੇ ਨਾਲ ਦੀਆ ਜਦੋਂ ਜਲ ਗਿਆ, ਉਹ ਦੀਵਾ ਤਾਂ ਜਲ ਜਾਂਦਾ ਲੇਕਿਨ ਜਾਂਦਾ। ਇਹ ਥੋੜੀ ਹੁੰਦਾ ਕਿ ਭਾਈ ਆ ਦੀਆ ਜਗ ਗਿਆ, ਇਹਦੀ ਸੱਤਾ ਘਟ ਗਈ ਹੈ, ਇਹਦੀ ਸੱਤਾ ਵੱਧ ਗਈ। ਨਹੀਂ ਪਿਆਰਿਓ, ਦੀਆ ਜਿਹੜਾ ਉਹ ਵੀ ਉਨਾ ਹੀ ਸક્ષਮ ਹੁੰਦਾ ਪ੍ਰਕਾਸ਼ ਦੇ ਵਿੱਚ, ਨया ਦੀਵਾ ਵੀ ਉਨਾ ਹੀ ਜਿਹੜਾ ਤਿਆਰ ਪਰ ਤਿਆਰ ਹੁੰਦਾ, ਕੋਈ ਘਾਟਾ ਨਹੀਂ ਹੁੰਦਾ, ਕੋਈ ਵਾਧਾ ਨਹੀਂ ਹੁੰਦਾ। ਲੇਕਿਨ ਇਹੋ ਜੀ ਇਹ ਕਿਰਪਾ ਵਰਤ ਜਾਂਦੀ ਹੈ ਕਿ ਦੀਏ ਦੇ ਨਾਲੋਂ ਦੂਜਾ ਦੀਆ ਜਗ ਜਾਂਦਾ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਨੂੰ ਵਿਦਵਾਨ ਦੱਸਦੇ ਕਿ ਸਤਿਗੁਰੂ ਮਹਾਰਾਜ ਦੀਪਕ ਗੁਰੂ ਹਨ। ਗੁਰੂ ਵੀ ਪਿਆਰਿਓ 4 ਪ੍ਰਕਾਰ ਦੇ ਗੁਰੂ ਮੰਨੇ ਜਾਂਦੇ ਹਨ। ਭ੍ਰਿੰਗੀ ਗੁਰੂ ਹੋ ਗਿਆ, ਔਰ ਵੀ ਕਈ ਗੁਰੂ ਜਿਹੜੇ ਹਨ, ਤੇ 52 ਚੰਦਨ ਗੁਰੂ ਹੋ ਗਿਆ। ਕੋਈ ਕਹਿੰਦਾ ਜੀ ਆ ਪਾਰਸ ਪੱਥਰ ਜਿਹੜਾ ਹੈ, ਪਾਰਸ ਦੀ ਬੱਟੀ, ਇਹ ਵੀ ਕੋਈ ਉਹਦੇ ਵਰਗਾ ਹੁੰਦਾ। ਲੇਕਿਨ ਦੀਆ ਗੁਰੂ ਜਿਹੜਾ ਦੀਪਕ ਗੁਰੂ ਜਿਹਨੂੰ ਬੋਲਦੇ, ਉਹਦੀ ਤਾਸੀਰ ਹੀ ਵੱਖਰੀ ਹੁੰਦੀ ਹੈ। ਉਹ ਜਲੇ ਨੂੰ ਜਿਹੜਾ ਹੈ ਬੁਝੇ ਨੂੰ ਉਹ ਜਲਾ ਸਕਦਾ, ਖਾਲੀ ਨੂੰ ਉਹ ਭਰ ਸਕਦਾ, ਇਹ ਉਹਦੀ ਵਡਿਆਈ ਹੁੰਦੀ ਹੈ। ਇਸ ਤਰ੍ਹਾਂ ਜਨ ਦੀਪਕ ਤੇ ਦੀਪ ਜਗਾਨਾ, ਸਤਿਗੁਰੂ ਮਹਾਰਾਜ ਜੀ ਨੇ ਦੀਏ ਤੋਂ ਦੀਆ ਜਗਾ ਦਿੱਤਾ। ਆਪਣੀ ਜੋਤ ਜਿਹੜੀ ਹੈ, ਜੋਤ ਰੂਪ ਹਰ ਆਪ ਗੁਰ ਨਾਨਕ ਕਹਾਇਓ, ਤਾਂ ਤੇ ਅੰਗਦ ਪਾਇਓ, ਤਤ ਸਿਉ ਤਤ ਮਿਲਾਇਓ, ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ, ਅਮਰਦਾਸ ਆ ਮਰਤ ਸ਼ਤਰ ਗੁਰ ਰਾਮਹਿ ਦਿਓ। ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬੈਣ, ਮੂਰਤ ਪੰਜ ਪ੍ਰਮਾਣ ਪੁਰਖ ਗੁਰ ਅਰਜੁਨ ਪਿਖਾਉ ਨੈਣ। ਇਹ ਜੋਤ ਦੂਜੇ ਸਰੂਪ ਦੇ ਵਿੱਚ ਟਿਕਾਉਣ ਦਾ ਸਿਲਸਿਲਾ ਸਤਿਗੁਰੂ ਮਹਾਰਾਜ ਜੀ ਨੇ ਆਰੰਭ ਕਰ ਦਿੱਤਾ। ਭਾਵ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਅੰਦਰ ਜੋਤ ਟਿਕਾ ਦਿੱਤੀ ਹੈ। ਅੱਜ ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ। ਵਿਚਾਰ ਕਰਦੇ ਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫੀ ਬਖਸ਼ਣੀ ਅਗੇ ਤੋਂ ਸਮਤ ਹੈ। ਆਓ ਸਾਰੇ ਗੱਜ ਵੱਜ ਕਰਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈ ਅਚੁੱਤ ਹੈ ਪਾਰ ਬ੍ਰਹਮ, ਅਬਨਾਸੀ ਅਗਨਾਸ, ਹੈ ਪੂਰਨ ਹੈ ਸਰਬ ਮੈਂ, ਦੁਖ ਭਾਂਜਨ ਗੁਣ ਤਾਸ। ਹੈ ਸੰਗੀ ਹੈ ਨਿਰੰਕਾਰ, ਹੈ ਨਿਰਗੁਣ ਸਭ ਟੇਕਾ। ਹੈ ਗੋਬਿੰਦ ਹੈ ਗੁਣ ਨਿਧਾਨ, ਜਾਂ ਕੈ ਸਦਾ ਵਿਵੇਕ। ਹੈ ਅਪਰੰਪਰ ਹਰ ਹਰੇ, ਹੈ ਪੀਹੋ ਅਨਹਾਰ। हे संतां कै सदा संग, निधारा आधार। हे ठाकुर हूँ दासरो, मैं निर्गुण गुण नहीं कोय। नानक दीजै नाम दान, राखों ही है परोए। आए प्रभ शरणागति, कृपा निध दयाल। एक अखर हर मन बासत, नानक होत निहाल। वाहिगुरु नाम जहाज है, चढ़ै सो उतरै पार। जो शरधा कर सेवंदे, गुर पार उतारण हार। कथा निता प्रत होत है, सुनहो सो सिंह सुजाना। नानक गुरु गोबिंद सिंह जी, सदा करै कल्याण। नानक गुरु गोबिंद सिंह जी, सदा करै कल्याण। एक ओंकार सतनाम करता पुरख, निरभउ निर्वैर अकाल मूरत। अजूनी सैभं गुर प्रसाद, नाम करता पुरख, निरभउ निर्वैर अकाल मूरत। अजूनी सैभं गुर प्रसाद। जप आद सच जुगाद सच, है भी सच। नानक होसी भी सच, एक ओंकार सतनाम करता पुरख,
ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਵਾਹੋ ਵਾਹੋ ਗੋਬਿੰਦ ਸਿੰਘ ਜੀ। ਵਾਹੋ ਵਾਹੋ ਗੋਬਿੰਦ ਸਿੰਘ ਜੀ। ਕਲਗੀਆਂ ਵਾਲੇ ਗੋਬਿੰਦ ਸਿੰਘ ਜੀ। ਕਲਗੀਆਂ ਵਾਲੇ ਗੋਬਿੰਦ ਸਿੰਘ ਜੀ। ਗੋਬਿੰਦ ਸਿੰਘ ਜੀ। ਫੌਜਾਂ ਵਾਲੇ ਗੋਬਿੰਦ ਸਿੰਘ ਜੀ। ਫੌਜਾਂ ਵਾਲੇ ਗੋਬਿੰਦ ਸਿੰਘ ਜੀ। ਫੌਜਾਂ ਵਾਲੇ ਗੋਬਿੰਦ ਸਿੰਘ ਜੀ। ਜੋਜੀ ਪਿਆਰੇ ਗੋਬਿੰਦ ਸਿੰਘ ਜੀ। ਜੀ ਪਿਆਰੇ ਗੋਬਿੰਦ ਸਿੰਘ ਜੀ। ਵਾਹੋ ਵਾਹੋ 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 ਗੋਬਿੰਦ ਸਿੰਘ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲਨਗੜ੍ਹ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ। ਕਥਾ ਵਿਚਾਰਾਂ ਕਰਦੇ ਆ ਬੇਅੰਤ ਗਲਤੀਆਂ ਹੋ ਗਈਆਂ ਜੀਓ ਮਾਫੀ ਬਖਸ਼ਣੀ ਅੱਗੇ ਤੋਂ ਸਮਾਤਾ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ। ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ ਹੀ ਰਾਜੀ ਪ੍ਰਸੰਨ ਜਾਵੇ। ਗੁਰ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।